ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਨਿਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖਹੁ ਪ੍ਰਭੂ, ਨਾਨਕ ਦੇ ਕਰ ਹੱਥ। ਵਾਹਿਗੁਰੂ ਸਾਹਿਬ ਜੀ। ਸਿਰ ਵਿੱਚ ਨਿੱਕੇ ਵਾਲ ਹੋਏ, ਸਾਧ ਚਰਨ ਚਵਰ ਕਰ ਢਾਲੈ। ਗੁਰ ਸਰ ਤੀਰਥ ਨਹਾਏ ਕੈ, ਅੰਝੂ ਭਰ ਭਰ ਪੈਰ ਪਖਾਲੈ। ਕਾਲੀ ਹੂੰ ਧੌਲੇ ਕਰੇ, ਚੱਲਣ ਜਾਣ ਨਿਸ਼ਾਨ ਸੰਭਾਲੈ। ਪੈਰੀ ਪੈ ਪਾਖਾਕ ਹੋਏ, ਪੂਰਾ ਸਤਿਗੁਰ ਨਦਰ ਨਿਹਾਲੈ। ਕਾਗ ਕੁਮੰਤਹੁ ਪਰਮਹੰਸ, ਉਜਲ ਹੰਸ ਉਜਲ ਮੋਤੀ ਖਾਏ ਖਵਾਲੈ। ਵਾਲੋਂ ਨਿੱਕੀ ਆਖੀਐ, ਗੁਰ ਸਿੱਖੀ ਸੁਣ ਸਿੱਖ ਪਾਲੈ। ਗੁਰ ਸਿੱਖ ਲੰਘੈ ਪਿਰਮਾ ਪਿਆਲੈ। ਗੁਰ ਸਿੱਖ ਲੰਘੈ ਪਿਰਮਾ ਪਿਆਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸ਼ਹਿਨਸ਼ਾਹ, ਹਜ਼ੂਰ ਦਾ ਤਾਰ, ਖੰਡਾ ਬ੍ਰਹਮੰਡਾ ਦੇ ਮਾਲਕ ਸਾਹਿਬੇ ਕਮਾਲ ਸਤਿਗੁਰੂ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਖਸ਼ਿਸ਼ ਕਿਰਪਾ ਰਹਿਮਤ ਸਵੱਲੀ ਨਿਗਾਹ ਦੇ ਸਦਕਾ, ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਪਾਵਨ ਰਚਨਾ, ਭਾਈ ਗੁਰਦਾਸ ਜੀ ਦੀਆਂ ਪਾਵਨ ਵਾਰਾਂ ਦੀ ਜੋ ਲੜੀਵਾਰ ਵਿਆਖਿਆ ਪ੍ਰਾਰੰਭ ਹੋਈ ਹੈ, ਗੁਰੂ ਰਹਿਮਤ ਦੇ ਸਦਕਾ ਚੌਥੀ ਪਾਵਨ ਵਾਰ ਦੀਆਂ 17 ਪੌੜੀਆਂ ਦੀ ਵਿਚਾਰ ਆਪਾਂ ਸਰਵਣ ਕੀਤੀ ਹੈ। 18ਵੀਂ ਪਾਵਨ ਪੌੜੀ ਪਾਠ ਰੂਪ ਅੰਦਰ ਸਰਵਣ ਕੀਤੀ ਹੈ। ਸੋ ਆਓ ਗੁਰੂ ਸਾਹਿਬ ਅੱਗੇ ਅਰਦਾਸ ਕਰੋ, ਮਾਲਕ ਜੀ ਤਰਸ ਕਰਿਓ, ਆਪ ਵਿੱਚ ਵਰਤ ਕੇ ਭਾਵਨਾ ਦੇ ਨਾਲ, ਇਕਾਗਰਤਾ, ਸ਼ਰਧਾ, ਪ੍ਰੇਮ ਦੇ ਨਾਲ ਇਸ ਪਾਵਨ ਰਚਨਾ ਦੀ ਵਿਚਾਰ ਕਰਨ ਦੀ ਸੋਝੀ ਸਮਰੱਥਾ ਬਲ ਦਿਓ। ਜਿਤਨੇ ਆਪ ਜੀ ਸਰਵਣ ਕਰ ਰਹੇ ਹੋ, ਆਓ ਪਿਆਰ ਸਹਿਤ ਉਚਾਰਨ ਕਰੋ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਿਰ ਵਿੱਚ ਨਿੱਕੇ ਵਾਲ ਹੋਏ, ਸਾਧ ਚਰਨ ਚਵਰ ਕਰ ਢਾਲੈ। ਸੋ ਅੱਜ ਦੀ ਇਸ ਪਾਵਨ 18ਵੀਂ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਵੇਂ ਪਿਛਲੀ ਪੌੜੀ ਦੇ ਵਿੱਚ ਜੀਵਨ ਮੁਕਤ ਗੁਰਸਿੱਖ ਦੀ ਉਦਾਹਰਣ ਦੇ ਕਰਕੇ ਸਮਝਾਇਆ ਸੀ ਕਿ ਗੁਰ ਸਿੱਖੀ ਗੁਰ ਸਿੱਖ ਸੋਣਾ, ਅੰਦਰ ਸਿਆਣਾ ਬਾਹਰ ਭੋਲਾ। ਸੋ ਇਸ ਤਰ੍ਹਾਂ ਗੁਰੂ ਕਾ ਸਿੱਖ ਕਿਸ ਤਰ੍ਹਾਂ ਦਾ ਹੋਵੇ। ਫਿਰ ਹੀਰੇ ਦੀ ਕਣੀ ਦਾ ਦ੍ਰਿਸ਼ਟਾਂਤ ਦਿੱਤਾ, ਨਿਮਰਤਾ, ਨਿਮਾਣਾਪਣ, ਅੰਦਰ ਦੀ ਗਰੀਬੀ ਦੇ ਦ੍ਰਿਸ਼ਟਾਂਤ ਦਿੱਤੇ। ਸੋ ਅੱਜ ਵੀ ਭਾਈ ਸਾਹਿਬ ਜੀ ਇਸੇ ਤਰ੍ਹਾਂ ਸਮਝਾਉਂਦੇ, ਸਾਡੀ ਜ਼ਿੰਦਗੀ ਦੀਆਂ 3 ਅਵਸਥਾ ਨੇ, ਬਾਲਪਨ, ਜਵਾਨੀ ਅਤੇ ਬੁਢੇਪਾ। ਇਹਨਾਂ ਤਿੰਨਾਂ ਦੇ ਵਿੱਚ ਦੀ ਗੁਜ਼ਰਦਿਆਂ ਹੋਇਆ ਗੁਰੂ ਤੱਕ ਪਹੁੰਚ ਕੇ ਇਹਨਾਂ ਤਿੰਨਾਂ ਅਵਸਥਾ ਨੂੰ ਕਿਵੇਂ ਮੰਨਣਾ ਹੈ। ਸਾਰਿਆਂ ਤੋਂ ਪਹਿਲੀ ਸਾਡੀ ਜੀਵਨ ਦੀ ਅਵਸਥਾ ਹੈ, ਸਿਰ ਦੇ ਵਿੱਚ ਸਾਡੇ ਨਿੱਕੇ ਨਿੱਕੇ ਵਾਲ ਕੇਸ ਜਿਹੜੇ ਉਹ ਪ੍ਰਗਟ ਹੁੰਦੇ, ਉਗਦੇ ਹਨ। ਉਸ ਅਵਸਥਾ ਨੂੰ ਭਾਈ ਸਾਹਿਬ ਕਹਿੰਦੇ, ਸਿਰ ਵਿੱਚ ਨਿੱਕੇ ਵਾਲ ਹੋਏ, ਸਾਧ ਚਰਨ ਚਵਰ ਕਰ ਢਾਲੈ। ਕੇਸ ਸਿਰ ਦੇ ਵਿੱਚ ਬਹੁਤ ਪਤਲੀ ਜਿਹੀ ਸ਼ੈ ਹਨ, ਤੇ ਇਸ ਉਮਰ ਦੇ ਵਿੱਚ ਦੂਸਰਾ ਤਾਂ ਇਹਨਾਂ ਨਿੱਕੇ ਕੇਸਾਂ ਦੇ ਚਵਰ ਬਣਾ ਕਰਕੇ ਸਾਧੂ ਜਨਾਂ ਦਾ ਚਰਨ ਜਿਹੜੇ ਹਨ, ਸਤਿਪੁਰਖਾਂ ਦੇ ਚਰਨ ਜਿਹੜੇ ਹਨ, ਉਹਨਾਂ ਨੂੰ ਝਾੜਨਾ ਕਰੇ। ਹੁਣ ਇਹਨਾਂ ਛੋਟੇ ਕੇਸਾਂ ਦਾ ਚੌਰ ਤੇ ਨਹੀਂ ਬਣਦਾ, ਪਰ ਹਾਂ ਜਿਸ ਤਰ੍ਹਾਂ ਕਿਸੇ ਚੀਜ਼ ਨੂੰ ਝਾੜਿਆ ਜਾਂਦਾ ਹੈ, ਚੌਰ ਨੂੰ ਝੁਲਾਇਆ ਜਾਂਦਾ ਹੈ, ਝਾੜਨ ਦੇ ਵਾਸਤੇ ਅਲੱਗ ਹੈ। ਤਾਂ ਉਸ ਤਰ੍ਹਾਂ ਇੱਕ ਪ੍ਰੇਮ ਨਿਮਰਤਾ ਦੀ ਉਦਾਹਰਣ ਦੇ ਕੇ ਸਮਝਾਉਂਦੇ ਕਿ ਇਹਨਾਂ ਛੋਟੇ ਛੋਟੇ ਕੇਸਾਂ ਦਾ ਝਾੜਨ ਦੇ ਵਾਸਤੇ ਬਣਾ ਲਵੇ, ਤੇ ਸਾਧੂ ਜਨਾਂ ਸਤਿਪੁਰਖਾਂ ਦੇ ਜਿਹੜੇ ਮੁਬਾਰਕ ਚਰਨ ਹਨ ਉਹਨਾਂ ਨੂੰ ਝਾੜੇ। ਪਰ ਦੂਸਰਾ ਜੋ ਭਾਵ ਅਰਥ ਇਹ ਹੈ
ਕਿ ਸਿਰ ਵਿੱਚ ਨਿੱਕੇ ਵਾਲ ਹੋਏ। ਜਦੋਂ ਸਾਡਾ ਬਾਲਪਨ ਆਉਂਦਾ ਹੈ, ਬਚਪਨਾ ਆਉਂਦਾ ਹੈ, ਜਦੋਂ ਸਿਰ ਦੇ ਵਿੱਚ ਛੋਟੇ ਛੋਟੇ ਵਾਲ ਹਨ, ਉਹ ਬਾਲ ਅਵਸਥਾ ਦੇ ਵਿੱਚ ਕੀ ਕਰੇ, ਪਰਮਾਤਮਾ ਦੇ ਨਾਲ ਪ੍ਰੀਤ ਕਰਨੀ ਜਿਹੜੀ ਹੈ, ਉਹਦੇ ਨਾਲ ਪ੍ਰੇਮ ਕਰਨਾ ਜਿਹੜਾ ਹੈ, ਪਰਮਾਤਮਾ ਦੇ ਨਾਲ ਨਿਹੋ ਲਾਉਣਾ ਜਿਹੜਾ ਹੈ, ਉਹ ਸਿੱਖਣਾ ਕਰੇ। ਫਿਰ ਗੁਰ ਸਰ ਤੀਰਥ ਨਹਾਏ ਕੈ ਅੰਝੂ ਭਰ ਭਰ ਪੈਰ ਪਖਾਲੈ। ਫਿਰ ਜਦੋਂ ਯੁਵਾ ਅਵਸਥਾ ਆਉਂਦੀ ਹੈ, ਜਵਾਨੀ ਦੀ ਦਹਲੀਜ਼ ਦੇ ਉੱਤੇ ਪੈਰ ਰੱਖਦੇ ਹਾਂ, ਉਦੋਂ ਗੁਰਸਰ ਤੀਰਥ ਭਾਵ ਗੁਰੂ ਰੂਪੀ ਸਰੋਵਰ ਤੀਰਥ ਦੇ ਉੱਤੇ ਜਾ ਕਰਕੇ, ਫਿਰ ਪ੍ਰਤੱਖ ਗੁਰੂ ਕੇ ਅਸਥਾਨਾਂ ਤੇ ਜਾ ਕਰਕੇ ਇਸ਼ਨਾਨ ਕਰੇ, ਦਰਸ਼ਨ ਕਰਕੇ ਗੁਰੂ ਸਾਹਿਬ ਜੀ ਦੇ ਮੁਬਾਰਕ ਚਰਨ ਭਰ ਭਰ ਅੰਝੂ ਭਰ ਭਰ। ਅੰਝੂ ਦਾ ਅਰਥ ਹੈ ਮੁਬਾਰਕ ਹੱਥਾਂ ਦੇ ਨਾਲ ਬੁੱਕ ਬਣਾ ਕੇ, ਜਲ ਦੇ ਨਾਲ ਉਸ ਬੁੱਕ ਨੂੰ ਭਰ ਭਰ ਕੇ ਤੇ ਗੁਰੂ ਜਨਾਂ ਦੇ ਚਰਨ ਜਿਹੜੇ ਹਨ ਉਹ ਧੋਣਾ ਕਰੇ। ਫਿਰ ਇਸ ਤਰ੍ਹਾਂ ਵੀ ਅੰਝੂ ਭਰ ਭਰ ਪੈਰ ਪਖਾਲੈ। ਜੋਬਨ ਅਵਸਥਾ ਵਿੱਚ ਗੁਰੂ ਕੋਲ ਜਾਵੇ। ਇਹ ਨੇਤਰਾਂ ਦੇ ਡੂਨੇ ਜਿਹੜੇ ਹਨ, ਇੰਝ ਕਹਿ ਲਈਏ ਨੇਤਰਾਂ ਰੂਪੀ ਬੁੱਕ ਜਿਹੜੇ ਹਨ, ਇਹਨਾਂ ਨੂੰ ਭਰ ਭਰ ਕੇ ਗੁਰੂ ਦੇ ਸਾਧੂ ਜਨਾਂ ਦੇ ਚਰਨ ਧੋਣੇ ਕਰੇ। ਭਾਵ ਇਹਨਾਂ ਵੈਰਾਗਮਈ ਹਿਰਦਾ ਹੋ ਜਾਵੇ, ਪ੍ਰੇਮ ਦੇ ਵਿੱਚ ਅਤਿਅੰਤ ਗਦਗਦ ਹੋ ਜਾਵੇ। ਕਿਉਂਕਿ ਜਦੋਂ ਬਹੁਤ ਜ਼ਿਆਦਾ ਆਪਾਂ ਗਦਗਦ ਹੁੰਨੇ ਪ੍ਰੇਮ ਦੇ ਵਿੱਚ, ਫਿਰ ਪ੍ਰੇਮ ਦੇ ਵਿੱਚ ਇਹ ਨੇਤਰ ਜਿਹੜੇ ਨੇ ਇਹ ਵਹਿ ਤੁਰਦੇ ਨੇ। ਇਹਨਾਂ ਨੇਤਰਾਂ ਦੇ ਵਿੱਚ ਪ੍ਰੇਮ ਦਾ ਜਲ ਵਹਿੰਦਾ ਹੈ। ਤਾਂ ਜੋਬਨ ਜਵਾਨੀ ਅਵਸਥਾ ਜਿਹੜੀ ਹੈ, ਉਹ ਇਸ ਤਰ੍ਹਾਂ ਗੁਰੂ ਦੇ ਨਾਲ ਅਤਿਅੰਤ ਪ੍ਰੇਮ ਕਰੇ, ਅੰਦਰ ਦਾ ਸਨੇਹੋਂ ਕਰੇ ਕਿ ਇਹ ਨੇਤਰ ਜਿਹੜੇ ਉਸ ਪ੍ਰੇਮ ਦੇ ਵਿੱਚ ਗਦਗਦ ਹੋਣ ਤੇ ਇਹਨਾਂ ਹੰਝੂਆਂ ਦੇ ਨਾਲ ਗੁਰੂ ਕੇ ਸਾਧੂ ਸਤਪੁਰਖਾਂ ਦੇ ਚਰਨ ਧੋਣਾ ਕਰੇ। ਕਾਲੀ ਹੂੰ ਧੌਲੇ ਕਰੇ, ਚੱਲਣ ਜਾਣ ਨਿਸ਼ਾਨ ਸੰਭਾਲੈ। ਫਿਰ ਜਦੋਂ ਕਾਲੀ ਹੂੰ ਧੌਲੇ ਕਰੇ, ਭਾਵ ਜਦੋਂ ਕੁਦਰਤ ਧੌਲੇ ਕਰੇ, ਕਾਲੀ ਹੂੰ ਜਿਹਨੂੰ ਭਗਤ ਜੀ ਬਚਨ ਕਹਿੰਦੇ ਨੇ ਗੁਰੂ ਕੀ ਬਾਣੀ ਅੰਦਰ, ਕਾਲੀ ਹੂੰ ਫੁਨ ਧੌਲੇ ਆਏ। ਭਾਵ ਕਿ ਕੇਸ ਜਿਹੜੇ ਹਨ ਉਹ ਕਾਲਿਆਂ ਤੋਂ ਸਫੈਦ ਹੋਣ, ਕੇਸ ਜਿਹੜੇ ਹਨ ਉਹ ਚਿੱਟੇ ਹੋ ਜਾਣ, ਕੇਸ ਜਿਹੜੇ ਹਨ ਉਹ ਬੁਢਾਪੇ ਦੀ ਨਿਸ਼ਾਨੀ ਦੇਣ ਲੱਗ ਪੈਣ। ਉਸ ਵਕਤ ਕੀ ਕਰੇ, ਜਦੋਂ ਕੇਸ ਚਿੱਟੇ ਹੋ ਜਾਣ ਤਾਂ ਇਹਨਾਂ ਨੂੰ ਚਲੇ ਜਾਣ ਦੀ, ਚੱਲਣ ਜਾਣ ਨਿਸ਼ਾਨ ਸੰਭਾਲੈ, ਇਹਨੂੰ ਨਿਸ਼ਾਨੀ ਸਮਝੇ ਕਿ ਹੁਣ ਮੈਨੂੰ ਪਰਮੇਸ਼ਰ ਦੇ ਘਰ ਵੱਲੋਂ ਇਹ ਸੰਕੇਤ, ਇਹ ਨਿਸ਼ਾਨੀ ਮਿਲ ਗਈ ਕਿ ਇਸ ਤੋਂ ਅਗਲਾ ਪੜਾਅ ਜਿਹੜਾ ਤੇਰੀ ਜ਼ਿੰਦਗੀ ਦਾ ਉਹ ਮੌਤ ਹੈ। ਹੁਣ ਇਸ ਤੋਂ ਅੱਗੇ ਤੂੰ ਮੌਤ ਦੀ ਗੋਦ ਦੇ ਵਿੱਚ ਜਾ ਕੇ ਸਮਾਉਣਾ ਹੈ ਤੇ ਇਸ ਸੰਸਾਰ ਤੋਂ ਤੂੰ ਕੂਚ ਕਰਨਾ ਹੈ। ਸੋ ਇਸ ਤਰ੍ਹਾਂ ਜਦੋਂ ਇਹ ਕੇਸ ਚਿੱਟੇ ਹੋਣ ਤਾਂ ਆਪਣੇ ਜੀਵਨ ਨੂੰ ਫਿਰ ਗੁਰੂ ਦੇ ਵੱਲ ਇਸ ਤਰ੍ਹਾਂ ਸਮਝ ਲਵੇ ਕਿ ਹੁਣ ਚੱਲਣਾ ਹੈ ਸੰਸਾਰ ਤੋਂ, ਤੇ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣ ਉਪਰੰਤ ਅੱਗੇ ਦੀ ਤਿਆਰੀ ਜਿਹੜੀ ਉਹਨੂੰ ਪਹਿਲਾਂ ਵੀ ਜਾਰੀ ਰੱਖੇ ਤੇ ਅਗਾਂਹ ਵੀ ਪੱਕੀ ਕਰ ਲਵੇ। ਪੈਰੀ ਪੈ ਪਾ ਖਾਕ ਹੋਏ, ਪੂਰਾ ਸਤਿਗੁਰ ਨਦਰ ਨਿਹਾਲੈ। ਫਿਰ ਪੈਰੀ ਪੈ ਕੇ ਪੈਰਾਂ ਦੀ ਧੂੜ ਬਣੇ, ਪਾ ਖਾਕ ਹੋਏ, ਉਸ ਤਰ੍ਹਾਂ ਫਿਰ ਗੁਰੂ ਕੇ ਚਰਨਾਂ ਦੀ ਧੂੜੀ ਬਣ ਕੇ ਪੂਰਾ ਸਤਿਗੁਰੂ ਜਦੋਂ ਨਦਰ ਕਰੇਗਾ, ਮਿਹਰ ਦੀ ਦ੍ਰਿਸ਼ਟੀ ਕਰੇਗਾ, ਨਿਹਾਲ 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 ਕਰ ਦੇਗਾ। ਭਾਵ ਪੈਰੀ ਪੈ ਪਾ ਖਾਕ ਹੋਏ। ਇਹਨਾਂ ਤਿੰਨਾਂ ਅਵਸਥਾ ਦੇ ਵਿੱਚ ਹੀ, ਬਚਪਨ ਦੇ ਵਿੱਚ ਵੀ ਇਸ ਤਰ੍ਹਾਂ ਗੁਰੂ ਕੇ ਚਰਨਾਂ ਵਿੱਚ ਪਵੇ, ਚਰਨ ਧੂੜੀ ਦੀ ਨਿਆਈ ਨਿਮਰਤਾ ਰੱਖੇ, ਜਵਾਨੀ ਵਿੱਚ ਵੀ, ਬਜ਼ੁਰਗੀ ਦੇ ਵਿੱਚ ਵੀ, ਤਾਂ ਇਸ ਤਰ੍ਹਾਂ ਬਹੁਤ ਨਿਮਰਤਾ ਦੇ ਵਿੱਚ ਜਿਉਵੇਂ ਤਾਂ ਗੁਰੂ ਪੂਰਾ ਗੁਰੂ ਜਿਹੜਾ ਉਹ ਨਦਰ ਕਰਦਾ ਹੈ, ਮਿਹਰ ਦੀ ਦ੍ਰਿਸ਼ਟੀ ਕਰਦਾ ਹੈ। ਫਿਰ ਕਾਗ ਕੁਮੰਤਹੁ ਪਰਮਹੰਸ, ਉੱਜਲ ਮੰਤੀ ਉੱਜਲ ਮੋਤੀ ਖਾਏ ਖਵਾਲੈ। ਫਿਰ ਇਹ ਜਿਹੜਾ ਮਨ ਹੈ ਨਾ, ਕੁਮੰਤਰੀ ਕਾਂ ਜਿਹੜਾ ਹੈ, ਭਾਵ ਖੋਟੀ ਮੱਤ ਦੇਣ ਵਾਲਾ, ਖੋਟੇ ਮੰਤਰ ਪੜਾਉਣ ਵਾਲਾ, ਇਹ ਕਾਂ ਜਿਹੜਾ ਹੈ, ਕਾਂ ਰੂਪ ਮਨ ਜਿਹੜਾ ਹੈ, ਇਹਨੂੰ ਉੱਜਲ ਕਰੇ, ਇਹਨੂੰ ਹੰਸ ਦੀ ਨਿਆਈ ਕਰ ਲੈ। ਭਾਵ ਮੈਲੇ ਮਨ ਨੂੰ ਉੱਜਲ ਕਰਕੇ ਗੁਣਾਂ ਦੇ ਉੱਜਲ ਮੋਤੀ ਜਿਹੜੇ ਨੇ ਇਸ ਮਨ ਨੂੰ ਖਵਾਵੇ। ਕਿਉਂਕਿ ਪਹਿਲਾਂ ਕਾਂ ਜਿਵੇਂ ਵਿਸ਼ਟਾ ਖਾਂਦਾ, ਗੰਦਗੀ ਖਾਂਦਾ, ਮੈਲਾ ਮਨ ਜਿਹੜਾ ਹੈ ਉਹ ਸੰਸਾਰ ਤੇ ਵਿਸ਼ਟਾ ਖਾਂਦਾ, ਗੰਦਗੀ ਖਾਂਦਾ। ਇਸ ਮੈਲੇ ਮਨ ਨੂੰ ਉੱਜਲ ਕਰਕੇ ਇਹਨੂੰ ਹੰਸ ਦੀ ਨਿਆਈ ਕਰੇ। ਫਿਰ ਸ਼ੁਭ ਗੁਣਾਂ ਦੇ ਸੁੱਚੇ ਮੋਤੀ, ਕਿਉਂਕਿ ਹੰਸ ਸੁੱਚੇ ਮੋਤੀ ਖਾਂਦਾ, ਸ਼ੁਭ ਗੁਣਾਂ ਦੇ ਸੁੱਚੇ ਮੋਤੀ ਆਪ ਵੀ ਖਾਏ ਤੇ ਖਾਏ ਖਵਾਲੈ, ਦੂਜਿਆਂ ਨੂੰ ਵੀ ਖਵਾਵੇ। ਭਾਵ ਸ਼ੁਭ ਗੁਣ ਆਪ ਵੀ ਗ੍ਰਹਿਣ ਕਰੇ ਤੇ ਦੂਜਿਆਂ ਨੂੰ ਵੀ ਸ਼ੁਭ ਗੁਣ ਜਿਹੜੇ ਹਨ ਉਹ ਗ੍ਰਹਿਣ ਕਰਵਾਵੇ। ਵਾਲਹੁ ਨਿੱਕੀ ਆਖੀਐ, ਗੁਰ ਸਿੱਖੀ ਸੁਣ ਗੁਰ ਸਿੱਖ ਪਾਲੈ। ਫਿਰ ਭਾਈ ਸਾਹਿਬ ਕਹਿੰਦੇ ਇਹ ਗੁਰਸਿੱਖੀ ਜਿਹੜੀ ਹੈ ਨਾ, ਵਾਲਹੁ ਨਿੱਕੀ ਆਖੀ ਹੈ, ਵਾਲ ਤੋਂ ਵੀ ਬਾਰੀਕ ਹੈ ਗੁਰੂ ਕੀ ਸਿੱਖੀ ਦਾ ਮਾਰਗ,
ਵਾਲੋਂ ਨਿੱਕੀ ਪੁਰਸ਼ ਲਾਤ ਕੰਨੀ ਨਾ ਸੁਣੀ ਆਹੇ। ਸੋ ਇਸ ਤਰ੍ਹਾਂ ਬਹੁਤ ਬਰੀਕ ਮਾਰਗ ਹੈ ਗੁਰਸਿੱਖੀ ਦਾ। ਖੰਡੇ ਧਾਰ ਗਲੀ ਅਤ ਪੀੜੀ, ਇਸ ਤਰ੍ਹਾਂ ਦਾ ਮਾਰਗ ਹੈ। ਪਰ ਇਸ ਨੂੰ ਸੁਣ ਕੇ ਗੁਰੂ ਦਾ ਸਿੱਖ ਜਿਹੜਾ ਉਹ ਪਾਲੇ, ਘਬਰਾਵੇ ਨਾ। ਆਪਾਂ ਡਰ ਜਾਂਦੇ ਕਈ ਵਾਰ ਵੀ ਗੁਰਸਿੱਖੀ ਤਾਂ ਬੜਾ ਕਠਿਨ ਮਾਰਗ ਹੈ, ਇਹ ਤਾਂ ਬੜਾ ਵਿਖੜਾ ਪੈਂਡਾ ਹੈ, ਇਹਨੂੰ ਤਾਂ ਭਗਤ ਜੀ ਬਚਨ ਕਹਿੰਦੇ ਇੱਕ ਅਵਕਟ ਘਾਟੀ ਰਾਮ ਕੀਤੇ ਚੜ ਰਹੇ ਹੋ ਕਬੀਰ। ਇਹ ਤਾਂ ਅਵਕਟ ਘਾਟੀ ਹੈ, ਅਸੀਂ ਇਹਦੇ ਤੇ ਤੁਰ ਨਹੀਂ ਸਕਾਂਗੇ। ਇਸ ਤਰ੍ਹਾਂ ਮਨ ਦੀ ਢੇਰੀ ਨਹੀਂ ਢਾਉਣੀ। ਭਾਈ ਸਾਹਿਬ ਜੀ ਕਹਿੰਦੇ ਗੁਰੂ ਦਾ ਸਿੱਖ ਜਿਹੜਾ ਇਸ ਮਾਰਗ ਨੂੰ ਚੰਗੀ ਤਰ੍ਹਾਂ ਸੁਣੇ, ਇਹਦੇ 'ਚ ਕੀ ਅੜਚਨਾ ਨੇ, ਕੀ ਰੁਕਾਵਟਾਂ ਨੇ, ਕਿਸ ਤਰ੍ਹਾਂ ਦੇ ਵਿਖੜੇ ਪੈਂਦੇ ਨੇ, ਚੰਗੀ ਤਰ੍ਹਾਂ ਇਹਨੂੰ ਸਮਝ ਕੇ ਫਿਰ ਇਸ ਮਾਰਗ ਨੂੰ ਪਾਲੇ, ਇਸ ਮਾਰਗ ਦੇ ਉੱਤੇ ਤੁਰ ਪੈਣਾ ਕਰੇ। ਜਦੋਂ ਤੁਰ ਪਏਗਾ ਗੁਰ ਸਿੱਖ ਲੰਘੈ ਪਿਰਮ ਪਿਆਲੈ। ਇਸ ਤਰ੍ਹਾਂ ਗੁਰੂ ਦਾ ਸਿੱਖ ਪ੍ਰੇਮ ਦੇ ਪਿਆਲੇ ਦੇ ਨਾਲ ਫਿਰ ਪਾਰ ਹੋ ਜਾਂਦਾ ਹੈ। ਭਾਵ ਗੁਰੂ ਦਾ ਸਿੱਖ ਜਦੋਂ ਪ੍ਰੇਮ ਕਰਦਾ ਹੈ ਗੁਰੂ ਦੇ ਨਾਲ, ਫਿਰ ਉਹ ਪਾਰ ਹੁੰਦਾ ਹੈ। ਸਾਧ ਸੰਗਤ ਦੀ ਸੇਵਾ ਕਰੇ, ਮਨ ਉਜਲ ਹੋਏਗਾ। ਸਿੱਖੀ ਦਾ ਪਾਲਨ ਕਰੇ, ਪ੍ਰੇਮ ਕਰੇ, ਇਹ ਪਾਰ ਹੋਣ ਦੇ ਰਸਤੇ ਹਨ। ਸੋ ਇਸ ਪੌੜੀ ਵਿੱਚ ਭਾਈ ਸਾਹਿਬ ਨੇ ਸਮਝਾਇਆ ਜੀਵਨ ਦੀਆਂ ਤਿੰਨੇ ਅਵਸਥਾ ਦੇ ਵਿੱਚ ਜਦੋਂ ਛੋਟੇ ਕੇਸ ਨੇ ਗੁਰੂ ਦੇ ਪ੍ਰਤੀ ਪ੍ਰੀਤ ਕਰੇ, ਜਵਾਨੀ ਦੇ ਵਿੱਚ ਗੁਰੂ ਦੇ ਮਾਰਗ ਤੇ ਚੱਲ ਕੇ ਸਾਧ ਸੰਗਤ ਦੇ ਗੁਰੂ ਕੇ ਚਰਨ ਜਿਹੜੇ ਇਹਨਾਂ ਨੇਤਰਾਂ ਦੇ ਵੈਰਾਗਮਈ ਜਲ ਦੇ ਨਾਲ ਧੋ ਦੇਣਾ ਕਰੇ। ਫਿਰ ਜਦੋਂ ਧੌਲੇ ਆ ਜਾਣ, ਕੇਸ ਚਿੱਟੇ ਹੋ ਜਾਵਣ, ਉਸ ਵਕਤ ਫਿਰ ਕੀ ਕਰੇ ਕਿ ਆਪਣੇ ਚੱਲਣ ਦੀ ਨਿਸ਼ਾਨੀ ਸਮਝਣੀ ਕਰੇ। ਅੱਗੇ 19ਵੀਂ ਪੌੜੀ 'ਚ ਫਿਰ ਇੱਕ ਦ੍ਰਿਸ਼ਟਾਂਤ ਦਿੰਦੇ ਨੇ, ਗੁੱਲਰ ਅੰਦਰ ਪੁਨਹਣਾ ਗੁੱਲਰ ਨੂੰ ਬ੍ਰਹਮੰਡ ਵਖਾਣੈ। ਪੁਨਹਣਾ ਇੱਕ ਮੱਛਰ ਵਰਗਾ ਕੀੜਾ ਹੈ, ਛੋਟਾ ਜਿਹਾ ਕੀੜਾ ਹੈ। ਉਹ ਜਦੋਂ ਗੁੱਲਰ ਦੇ ਵਿੱਚ ਵੜਦਾ ਹੈ ਨਾ, ਗੁੱਲਰ ਨਾਮੇ ਬ੍ਰਿਕਸ਼ ਹੈ ਇੱਕ, ਉਹਦੇ ਵਿੱਚ ਜਦੋਂ ਵੜਦਾ ਹੈ ਤਾਂ ਉਹ ਫਿਰ ਉਸ ਗੁੱਲਰ ਦੇ ਬ੍ਰਿਕਸ਼ ਨੂੰ ਬ੍ਰਹਮੰਡ ਵਿਖਾਣਾ ਹੈ। ਉਹ ਮੱਛਰ ਜਾਂ ਉਹ ਜਿਹੜਾ ਕੀੜਾ ਹੁੰਦਾ ਹੈ ਉਹ ਗੁੱਲਰ ਨੂੰ ਬ੍ਰਹਮੰਡ ਸਮਝ ਲੈਂਦਾ ਹੈ। ਕਿਉਂਕਿ ਜਿਵੇਂ ਡੱਡੂ ਖੂਹ ਦੇ ਵਿੱਚ ਹੋਵੇ ਤੇ ਉਹਦੇ ਵਾਸਤੇ ਖੂਹ ਸਾਰਾ ਸੰਸਾਰ ਹੈ, ਉਸ ਤੋਂ ਵੱਧ ਕੇ ਕੁਝ ਵੀ ਨਹੀਂ। ਉਹ ਜਿਵੇਂ ਕਮਲ ਦੀ ਨਾਭੀ ਵਿੱਚ ਬੈਠੇ ਬ੍ਰਹਮਾ ਦੇ ਵਾਸਤੇ ਸਾਰੀ ਸ੍ਰਿਸ਼ਟੀ ਕਮਲ ਦੀ ਨਾਭੀ। ਜਿੱਥੇ ਬੰਦਾ ਵੱਜ ਗਿਆ ਜਿਸ ਦਾਇਰੇ 'ਚ, ਉਹਨੂੰ ਉਸ ਤੋਂ ਵੱਧ ਕੇ ਕੁਝ ਨਹੀਂ, ਉਹਦੇ ਵਾਸਤੇ ਉਹੀ ਦੁਨੀਆ ਹੈ। ਜਿਹੜਾ ਆਪਣੇ ਘਰ 'ਚ ਉਹ ਕਹਿੰਦਾ ਬਸ ਮੇਰੀ ਆਹੀ ਦੁਨੀਆ ਹੈ। ਕੋਈ ਕਮਰੇ 'ਚ ਬੈਠਾ ਕਹਿੰਦਾ ਮੇਰੀ ਆਹੀ ਦੁਨੀਆ ਹੈ। ਇਸ ਤਰ੍ਹਾਂ ਉਹ ਗੁੱਲਰ ਦੇ ਵਿੱਚ ਬੈਠਾ ਹੈ, ਉਹ ਕੀੜਾ ਜੋ ਮੱਛਰ ਹੈ, ਉਹ ਫਿਰ ਉਹਨੂੰ ਹੀ ਸਾਰਾ ਬ੍ਰਹਿਮੰਡ ਸਮਝਦਾ ਹੈ ਵੀ ਇਸ ਤੋਂ ਵੱਧ ਕੇ ਕੁਝ ਨਹੀਂ। ਉਹਦੇ ਵਿੱਚ ਹੀ ਉਹਨੇ ਤੁਰਨਾ ਫਿਰਨਾ, ਤਾਂ ਠਾਂ ਜਾਣਾ, ਘੁੰਮਣਾ, ਸਭ ਕੁਝ ਉਹਨੂੰ ਬ੍ਰਹਿਮੰਡ ਉਹਦੇ 'ਚ ਹੀ ਦਿਸਦਾ ਹੈ। ਗੁੱਲਰ ਲੱਗਣ ਲੱਖ ਫਲ, ਇੱਕ ਦੂ ਲੱਖ ਅਲੱਖ ਨਾ ਜਾਣੈ। ਪਰੰਤੂ ਉਸ ਗੁੱਲਰ ਨੂੰ ਲੱਖਾਂ ਫਲ ਜਿਹੜੇ ਉਹ ਲੱਗਦੇ ਨੇ, ਫਿਰ ਇੱਕ ਫਲ ਤੋਂ ਕਈ ਲੱਖ ਹੋ ਕੇ ਅਲੱਖ ਰਹਿੰਦਾ, ਭਾਵ ਗਿਣਿਆ ਨਹੀਂ ਜਾਂਦਾ। ਲੱਖ ਅਲੱਖ ਨਾ ਜਾਣੈ। ਜਿਵੇਂ ਪਿੱਛੇ ਅਨਾਰ ਦਾ ਵੀ ਜ਼ਿਕਰ ਆਇਆ ਸੀ ਪਿਛਲੀਆਂ ਪੌੜੀਆਂ 'ਚ, ਇੱਕ ਬੀਜ ਤੋਂ ਅਨਾਰ ਦਾ ਬੂਟਾ ਬਣਿਆ, ਉਹਨੂੰ ਕਈ ਅਨਾਰ ਲੱਗੇ। ਇੱਕ ਅਨਾਰ ਦੇ ਵਿੱਚ ਕਿੰਨੇ ਕਿੰਨੇ ਦਾਣੇ ਨਿਕਲੇ। ਸੋ ਇਸੇ ਤਰ੍ਹਾਂ ਗੁੱਲਰ ਨਾਮੀ ਬ੍ਰਿਕਸ਼ ਜਿਹੜਾ ਹੈ ਇਹ ਵੀ ਇੱਕ ਤੋਂ ਲੱਖਾਂ ਹੋ ਜਾਂਦਾ ਹੈ। ਫਿਰ ਅੱਗੇ ਲੱਖਾਂ ਦੇ ਵਿੱਚੋਂ ਹੋਰ ਅੱਗੇ ਕਈ ਫੁੱਲ ਫਲ ਜਿਹੜੇ ਇਹਦੇ ਨਿਕਲਦੇ ਹਨ। ਕਈ ਫਲ ਤੋਂ ਫਿਰ ਕਈ ਹੋਰ ਲੱਖ ਹੋ ਕੇ ਫਿਰ ਅਲੱਖ ਹੋ ਜਾਂਦਾ ਹੈ, ਭਾਵ ਗਿਣਤੀ ਤੋਂ ਪਰੇ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਲੱਖ ਲੱਖ ਬਿਰਖ ਬਗੀਚਿਓਂ ਲੱਖ ਬਗੀਚੇ ਬਾਗ ਵਖਾਣੈ। ਫਿਰ ਇੱਕ ਬਗੀਚੇ ਤੋਂ ਕਈ ਲੱਖ ਬ੍ਰਿਕਸ਼ ਹੋ ਜਾਂਦੇ ਨੇ ਤੇ ਲੱਖਾਂ ਬਗੀਚਿਆਂ ਦੇ ਫਿਰ ਬਾਗ ਕਹੇ ਜਾਂਦੇ ਨੇ। ਇੱਕ ਬ੍ਰਿਕਸ਼ ਤੋਂ ਲੱਖਾਂ ਹੋ ਗਏ, ਫਿਰ ਉਹ ਕਈ ਬਗੀਚਿਆਂ ਬਾਗਾਂ ਦੇ ਵਿੱਚ ਲੱਗਦੇ ਨੇ, ਤਾਂ ਇੱਕ ਬਾਗ ਦੇ ਵਿੱਚ ਫਿਰ ਹਜ਼ਾਰਾਂ ਰੁੱਖ ਜਿਹੜੇ ਹਨ ਇਹਦੇ ਖੜੇ ਹੁੰਦੇ ਹਨ। ਲੱਖ ਬਾਗ ਬ੍ਰਹਮੰਡ ਵਿੱਚ, ਲੱਖ ਬ੍ਰਹਮੰਡ ਲੂ ਵਿੱਚ ਆਣੈ। ਪਰ ਇਹ ਲੱਖਾਂ ਬਾਗ, ਇਹ ਲੱਖਾਂ ਬਗੀਚੇ ਕਿੱਥੇ ਨੇ? ਬ੍ਰਹਮੰਡ ਦੇ ਵਿੱਚ ਹੀ ਨੇ, ਧਰਤੀ ਤੇ ਉੱਗੇ ਨੇ, ਤੇ ਧਰਤੀ ਇਸ ਬ੍ਰਹਮੰਡ ਦਾ ਹਿੱਸਾ ਹੈ। ਇਸ ਕਰਕੇ ਇਹ ਸਾਰਾ ਕੁਝ ਬ੍ਰਹਮੰਡ ਦੇ ਵਿੱਚ ਹੈ। ਪਰ ਨਾਲ ਇਹ ਜ਼ਰੂਰ ਸਪਸ਼ਟ ਕਰ ਦਿੱਤਾ, ਬ੍ਰਹਮੰਡ ਲੱਖ ਬ੍ਰਹਮੰਡ ਲੂ ਵਿੱਚ ਆਣਾ। ਲੂ ਦਾ ਅਰਥ ਹੁੰਦਾ ਰੋਮ। ਤਾਂ ਇਹ ਸਾਰੇ ਲੱਖਾਂ ਬ੍ਰਹਮੰਡ ਜਿਹੜੇ ਨੇ ਇਹ ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਦੇ ਰੋਮ ਦੇ ਵਿੱਚ ਇਹ ਸਾਰਾ ਬ੍ਰਹਮੰਡ ਇੱਕ ਨਹੀਂ, ਜਿੰਨੇ ਵੀ ਬ੍ਰਹਮੰਡ ਹਨ, ਜਿੰਨੀਆਂ ਵੀ ਧਰਤੀਆਂ ਨੇ, ਉਸ ਕਰਤਾ ਅਕਾਲ ਪੁਰਖ ਪਰਮੇਸ਼ਰ ਦੇ ਰੋਮ ਵਿੱਚ ਆਣਾ, ਲੂ ਵਿੱਚ ਆਣਾ, ਉਹਦੇ ਰੋਮ ਦੇ ਵਿੱਚ ਸਮਾਏ ਹੋਏ ਹਨ। ਜਦੋਂ ਅਸੀਂ ਬਾਣੀ ਅੰਦਰ ਸਾਹਿਬ ਦਾ ਬਚਨ ਪੜ੍ਹਦੇ
ਤਾਂ ਦਾਤਾ ਜੀ ਕਹਿੰਦੇ ਕਿਤੀ ਲੱਖ ਕਰੋੜ ਪ੍ਰਿਏ ਰੋਮ ਨਾ ਪੁੱਜਣ ਤੇਰਿਆ। ਸੋ ਇਸ ਤਰ੍ਹਾਂ ਕਰੋੜਾਂ ਬ੍ਰਹਿਮੰਡ ਕਿੱਥੋਂ ਤੱਕ ਗਿਣੀਏ, ਪਰ ਸਭ ਕਹਿੰਦੇ ਰੋਮ ਨਾ ਪੁੱਜਣ ਤੇਰਿਆ, ਤੇਰੇ ਇੱਕ ਰੋਮ ਦਾ ਮੁਕਾਬਲਾ ਨਹੀਂ ਕਰ ਸਕਦੇ। ਸੋ ਇੱਥੇ ਭਾਈ ਸਾਹਿਬ ਜੀ ਨੇ ਵੀ ਇਹੀ ਸਮਝਾਇਆ ਕਿ ਲੱਖ ਬ੍ਰਹਿਮੰਡ ਲੂਹ ਵਿੱਚ ਆਣਾ, ਮਿਹਰ ਕਰੇ ਜੇ ਮਿਹਰਵਾਨ, ਗੁਰਮੁਖ ਸਾਧ ਸੰਗਤ ਰੰਗ ਮਾਣੈ। ਪਰ ਜਿਸ ਦੇ ਉੱਤੇ ਉਹ ਕਰਤਾ ਅਕਾਲ ਪੁਰਖ ਪਰਮੇਸ਼ਰ ਕਿਰਪਾ ਕਰਦਾ ਹੈ, ਉਹ ਗੁਰਮੁਖ ਜਿਹੜਾ ਹੈ ਸਾਧ ਸੰਗਤ ਰੰਗ ਮਾਣੈ। ਉਹ ਸਤਿਪੁਰਖਾਂ ਦੇ ਨਾਲ ਮਿਲ ਕੇ, ਸਾਧੂ ਜਨਾਂ ਦੇ ਨਾਲ ਮਿਲ ਕੇ ਉਹਨਾਂ ਦੀ ਸੰਗਤ ਦਾ ਰੰਗ ਮਾਣਦਾ ਹੈ। ਉਹ ਫਿਰ ਸਾਧ ਸੰਗਤ ਦੇ ਵਿੱਚ ਆ ਕੇ, ਗੁਰੂ ਕੀ ਸੰਗਤ ਵਿੱਚ ਆ ਕੇ, ਗੁਰੂ ਕੀ ਸੰਗਤ ਦਾ ਰੰਗ, ਆਨੰਦ, ਖੁਸ਼ੀ, ਖੇੜਾ, ਰੂਹਾਨੀਅਤ ਜਿਹੜੀ ਹੈ ਉਹਨੂੰ ਮਾਨਣਾ ਕਰਦਾ ਹੈ। ਪੈਰੀ ਪੈ ਪਾ ਖਾਕ ਹੋਏ, ਸਾਹਿਬ ਦੇ ਚੱਲੈ ਉਹ ਭਾਣੈ। ਅਤੇ ਪੈਰੀ ਪੈ ਕੇ ਪਾ ਖਾਕ ਹੋਏ, ਸਾਰਿਆਂ ਦੇ ਪੈਰਾਂ ਚਰਨਾਂ ਦੀ ਧੂੜੀ ਹੋ ਕੇ ਫਿਰ ਸਾਹਿਬ ਦੇ ਚੱਲੈ ਉਹ ਭਾਣੈ, ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਦੇ ਭਾਣੇ ਵਿੱਚ ਚੱਲਦਾ ਹੈ। ਆਪ ਇੱਥੇ ਸਿੱਖ ਨੂੰ ਸਮਝਾਉਂਦੇ ਕਿਸ ਤਰ੍ਹਾਂ ਨੇ, ਅਖੀਰ ਜੋ ਜ਼ਿਕਰ ਕਰਦੇ ਨੇ, ਹਉਮੈ ਜਾਏ ਤਾਂ ਜਾਏ ਸਿਆਣੈ। ਭਾਵ ਕਿ ਜਦੋਂ ਹਉਮੈ ਜਾਏ, ਅੰਦਰੋਂ ਚਲੀ ਜਾਏ, ਤਾਂ ਜਾਏ ਸਿਆਣੈ। ਇੱਥੇ ਅਗਲੇ ਜਾਏ ਦਾ ਅਰਥ ਹੈ ਕਿ ਜਗ੍ਹਾ, ਤੇ ਜਗ੍ਹਾ ਕਿਹੜੀ? ਸਵੈ ਸਰੂਪ ਦੀ ਜਗ੍ਹਾ, ਨਿਜ ਸਰੂਪ ਦੀ ਜਗ੍ਹਾ। ਜਦੋਂ ਅੰਦਰੋਂ ਹਉਮੈ ਚਲੀ ਜਾਏ ਤਾਂ ਜਾਏ ਸਿਆਣੈ, ਆਪਣੇ ਅੰਦਰ ਜੋ ਸਵੈ ਸਰੂਪ ਹੈ ਉਸ ਮੁਬਾਰਕ ਜਗ੍ਹਾ ਨੂੰ ਫਿਰ ਸਿਆਣ ਲੈਂਦਾ ਹੈ। ਸਿਆਣ ਦਾ ਅਰਥ ਹੈ ਉਹਦੀ ਪਹਿਚਾਣ ਕਰ ਲੈਂਦਾ ਹੈ, ਤੇ ਜਿਸ ਚੀਜ਼ ਦੀ ਪਹਿਚਾਣ ਹੋ ਜਾਵੇ ਫਿਰ ਉਹਦੇ ਨਾਲ ਜੁੜ ਜਾਂਦਾ ਹੈ। ਸੋ ਇਸ ਪਾਵਨ ਪੌੜੀ ਦੇ ਅੰਦਰ ਇਹੀ ਸਮਝਾਇਆ ਹੈ ਕਿ ਦੇਹ ਦੇ ਵਿੱਚ ਆਪਣੇ ਆਪ ਨੂੰ ਬ੍ਰਹਿਮੰਡ ਵਿੱਚ ਬੈਠਾ ਹੋਇਆ ਇਹ ਜੀਵ ਜਿਹੜਾ ਇਹ ਸਮਝਦਾ ਹੈ, ਪਰ ਜੀਵ ਨੂੰ ਪਤਾ ਨਹੀਂ ਕਿ ਇਸ ਧਰਤੀ ਦੇ ਵਿੱਚ ਬ੍ਰਿਸ਼ ਨੂੰ, ਇਹ ਧਰਤੀ ਦੇ ਉੱਤੇ ਜਿੰਨਾ ਬ੍ਰਹਿਮੰਡ ਦਾ ਇਹ ਪਸਾਰਾ ਹੈ, ਇਹ ਸਾਰੇ ਦੇ ਅੰਦਰ ਮੇਰੇ ਵਰਗੇ ਲੱਖਾਂ ਫਲ ਜਿਹੜੇ ਨੇ ਉਹ ਲੱਗੇ ਹੋਏ ਨੇ। ਕਿਉਂਕਿ ਜੀਵ ਜਿਹੜਾ ਹੈ ਇਸ ਦੇਹੀ ਅੰਦਰ ਬੈਠਾ, ਜਿਸ ਤਰ੍ਹਾਂ ਉਹ ਮੱਛਰ ਜਿਹੜਾ ਹੈ ਗੁੱਲਰ ਦੇ ਅੰਦਰ ਬੈਠਾ ਸੀ, ਉਹਨੂੰ ਬ੍ਰਹਿਮੰਡ ਸਮਝੀ ਬੈਠਾ ਸੀ। ਪਰ ਬੇਸ਼ੱਕ ਇਸ ਸਰੀਰ ਨੂੰ ਬਾਣੀ ਨੇ ਕਿਹਾ ਹੈ ਕਿ ਇਸ ਦੇਹੀ ਦੇ ਵਿੱਚ ਸਾਰਾ ਕੁਝ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੈ। ਹੈ ਸਾਰਾ ਕੁਝ, ਪਰ ਜੇ ਹੁਣ ਆਪਾਂ ਇਹ ਸਮਝੀਏ ਨੇ ਮੇਰੇ ਸਰੀਰ 'ਚ ਹੀ ਸਾਰਾ ਕੁਝ ਹੈ, ਨੇ ਮੇਰੇ ਇਸ ਸਰੀਰ ਵਰਗੇ ਲੱਖਾਂ ਸਰੀਰ ਜਿਹੜੇ ਨੇ ਉਹਨੇ ਇਸ ਧਰਤੀ ਦੇ ਉੱਤੇ ਪੈਦਾ ਕੀਤੇ ਨੇ। ਫਿਰ ਇੱਕ ਇੱਕ ਸੂਰਜ ਦੇ ਬਗੀਚੇ, ਕਈ ਇਹੋ ਜਿਹੀਆਂ ਧਰਤੀਆਂ ਉਹਨੇ ਪੈਦਾ ਕੀਤੀਆਂ, ਵੱਡੇ ਵੱਡੇ ਸੂਰਜ ਜਿਹੜੇ ਉਸ ਪਰਮੇਸ਼ਰ ਨੇ ਪੈਦਾ ਕੀਤੇ ਨੇ। ਸੋ ਇਸ ਤਰ੍ਹਾਂ ਸਾਡੇ ਵਰਗੇ ਅਗਿਆਨੀ ਜੀਵ ਜਿਹੜੇ ਉਸ ਮੱਛਰ ਦੀ ਨਿਆਈ ਹਨ ਤੇ ਆਪਣੀ ਤੋਲ ਹੱਦ ਤੋਂ ਪਰੇ ਹੋ ਜਾਂਦੇ ਹਨ, ਰਹਿਤ ਹਨ, ਕਿਉਂਕਿ ਨਾ ਉਹਦਾ ਕੋਈ ਤੋਲ ਹੈ। ਉਹਨੂੰ ਕੀ ਤੋਲੋਗੇ ਤੁਸੀਂ? ਕੀੜੀ ਨੂੰ ਕੀ ਤੋਲੋਗੇ? ਸੋ ਇਸ ਤਰ੍ਹਾਂ ਇਹ ਸਾਰਾ ਕੁਝ ਜਿਹੜਾ ਹੈ ਭਾਈ ਸਾਹਿਬ ਜੀ ਸਮਝਾਉਂਦੇ, ਜਦੋਂ ਕੋਈ ਆਪਣੇ ਆਪ ਨੂੰ ਤੁੱਛ ਜਾਣ ਕੇ ਆਪਣੀ ਹਉਮੈ ਨੂੰ ਦੂਰ ਕਰੇ ਤਾਂ ਉਹ ਵਾਹਿਗੁਰੂ ਦੇ ਉਸ ਪਰਮ ਤੱਤ ਨੂੰ ਪਹਿਚਾਨ ਲੈਂਦਾ ਹੈ। ਫਿਰ ਇੱਕ ਦ੍ਰਿਸ਼ਟਾਂਤ ਦਿੰਦੇ ਨੇ 20ਵੀਂ ਪਾਵਨ ਪੌੜੀ ਦੇ ਵਿੱਚ, ਦੋਏ ਦੇਹ ਚੰਦ ਅਲੋਪ ਹੋਏ, ਤੀਏ ਦੇਹ ਚੜ੍ਹਦਾ ਹੋਏ ਨਿੱਕਾ। ਹੁਣ ਦੂਜ ਦੇ ਚੰਦ ਤੋਂ ਇੱਕ ਉਪਦੇਸ਼ ਦਿੰਦੇ ਨੇ ਕਿ ਦੋਏ ਦੇਹ ਚੰਦ ਅਲੋਪ ਹੋਏ। 2 ਦਿਨ ਚੰਦ ਜਿਹੜਾ ਹੈ ਅਲੋਪ ਹੋ ਜਾਂਦਾ, ਭਾਵ ਇੱਕ ਮੱਸਿਆ ਦਾ ਦਿਨ ਅਮਾਵਸਿਆ, ਦੂਸਰਾ ਏਕਮ। ਮੱਸਿਆ ਤੋਂ ਬਿਲਕੁਲ ਅਗਲਾ ਦਿਨ ਜਿਹੜਾ ਏਕਮ ਦਾ ਦਿਨ। ਉਸ ਤੋਂ ਬਾਅਦ ਤੀਸਰੇ ਦਿਨ ਭਾਈ ਸਾਹਿਬ ਕਹਿੰਦੇ ਤੀਏ ਦੇਹ ਚੜ੍ਹਦਾ ਹੋਏ ਨਿੱਕਾ। ਤੀਜੇ ਦਿਨ ਫਿਰ ਆਸਮਾਨ 'ਚ ਚੰਦ ਚੜ੍ਹਦਾ ਤੇ ਬਿਲਕੁਲ ਨਿੱਕਾ ਜਿਹਾ ਹੋ ਕੇ ਚੜ੍ਹਦਾ ਹੈ। ਪੁੰਨਿਆ ਵਾਲੇ ਦਿਨ ਪੂਰਾ ਗੋਲ ਹੈ, ਪਰ ਮੱਸਿਆ ਏਕਮ ਨੂੰ ਛੱਡ ਕੇ ਜਦੋਂ ਤੀਜੇ ਦਿਨ ਚੜ੍ਹਦਾ ਹੈ ਤਾਂ ਉਸ ਦਿਨ ਬਿਲਕੁਲ ਨਿੱਕਾ ਜਿਹਾ ਹੋ ਕੇ ਚੜ੍ਹਦਾ ਹੈ। ਤੇ ਉਹ ਨਿੱਕੇ ਜਿਹੇ ਦਾ ਆਕਾਰ ਕਿਸ ਤਰ੍ਹਾਂ ਦਾ ਹੈ? ਉੱਠ ਉੱਠ ਜਗਤ ਜੁਹਾਰ ਦਾ, ਗਗਨ ਮਹੇਸ਼ੁਰ ਮਸਤਕ ਟਿਕਾ। ਤੇ ਸਾਰੀ ਲੋਕਾਈ ਜਿਹੜੀ ਹੈ ਉੱਠ ਉੱਠ ਜਗਤ, ਲੋਕ ਉੱਠ ਕੇ ਜੁਹਾਰਦੇ ਨੇ। ਜੁਹਾਰ ਦਾ ਅਰਥ ਹੁੰਦਾ ਨਮਸਕਾਰ ਕਰਨੀ। ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕ ਜਿਹੜੇ ਨੇ ਫਿਰ ਉਸ ਦੂਜ ਦੇ ਚੰਦ ਨੂੰ ਨਮਸਕਾਰਾਂ ਕਰਦੇ ਹਨ। ਤੇ ਕੀ ਸਮਝ ਕੇ ਕਰਦੇ? ਗਗਨ ਮਹੇਸ਼ਵਰ ਮਸਤਕ ਟਿੱਕਾ, ਆਕਾਸ਼ ਵਿੱਚ ਜਿਵੇਂ ਸ਼ਿਵ ਜੀ ਦੇ ਮੱਥੇ ਦਾ ਟਿੱਕਾ ਹੈ। ਕਿਉਂਕਿ ਜਦੋਂ ਸ਼ਿਵ ਜੀ ਦੀਆਂ ਫੋਟੋਆਂ ਆਪ ਦੇਖੋ ਤਾਂ ਉਹਦੀਆਂ ਜਟਾਂ ਦੇ ਵਿੱਚ ਚੰਦਰਮਾ ਲੱਗਾ ਹੁੰਦਾ ਹੈ। ਇੱਕ ਉਹਦੀਆਂ ਜਟਾਂ 'ਚੋਂ ਗੰਗਾ ਨਿਕਲਦੀ,
ਇੱਕ ਉਹਦੀਆਂ ਜਟਾਂ ਦੇ ਉੱਤੇ ਚੰਦਰਮਾ ਬਣਾਇਆ ਹੁੰਦਾ ਹੈ। ਸੋ ਇਸ ਤਰ੍ਹਾਂ ਜਗਤ ਜਿਹੜਾ ਹੈ ਉਹ ਜਿਹੜਾ ਤੀਸਰੇ ਦਿਨ ਚੰਦ ਚੜ੍ਹਦਾ ਹੈ ਉਹ ਬਿਲਕੁਲ ਉਹ ਜਿਹੜਾ ਉਹਦੀਆਂ ਜਟਾਂ ਦੇ ਵਿੱਚ ਬਣਿਆ, ਜੇ ਕਹਿ ਲਓ ਅੱਧੇ ਯੂ ਟਾਈਪ ਅੱਧਾ ਚੰਦਰਮਾ ਜਿਹਨੂੰ ਅਸੀਂ ਕਹਿ ਦਈਏ। ਸੋ ਇਸ ਤਰ੍ਹਾਂ ਬਿਲਕੁਲ ਪਤਲੀ ਜਿਹੀ ਲਕੀਰ ਦੀ ਤਰ੍ਹਾਂ ਉਹ ਬਣਦਾ ਹੈ ਤੇ ਦੁਨੀਆ ਉਹਨੂੰ ਨਮਸਕਾਰਾ ਕਰਦੀ ਕਿ ਸ਼ਿਵ ਜੀ ਦੇ ਮੱਥੇ ਦਾ ਤਿਲਕ ਹੈ। ਉਸ ਤੋਂ ਬਾਅਦ ਕੀ ਹੁੰਦਾ ਹੈ, 16 ਕਲਾ ਸੰਘਾਰੀ ਹੈ ਸਫਲ ਜਨਮ ਸੋ ਹੈ ਕਲ ਇਕਾ। ਫਿਰ ਜਦੋਂ ਸਹਿਜੇ ਵੱਧਦਿਆਂ ਸਾਰੇ ਦਿਨ ਉਹਦੇ ਪੂਰੇ ਹੋ ਜਾਂਦੇ ਤੇ 16 ਕਲਾ, ਇਸ ਤਰ੍ਹਾਂ 16 ਕਲਾ ਉਹਦੀਆਂ ਜਿਹੜੀਆਂ ਪੂਰੀਆਂ ਹੋ ਜਾਂਦੀਆਂ। ਫਿਰ ਸੰਘਾਰੀ ਹੈ ਪੂਰਾ ਹੋ ਜਾਂਦਾ ਇੱਕ ਵਾਰ, ਉਸ ਤੋਂ ਬਾਅਦ ਫਿਰ ਘਟਣ ਲੱਗ ਪੈਂਦਾ। ਜਦੋਂ ਪੁੰਨਿਆ ਆ ਜਾਂਦੀ ਹੈ, ਪੁੰਨਿਆ ਤੇ ਜਾ ਕੇ ਪੁੰਨਿਓ ਪੂਰਾ ਚੰਦ ਆਕਾਸ਼ ਬਿਲਕੁਲ ਪੂਰਾ ਹੈ, ਉਸ ਤੋਂ ਬਾਅਦ ਫਿਰ ਘਟਣ ਲੱਗ ਜਾਂਦਾ ਹੈ। ਫਿਰ ਮੱਸਿਆ ਵੱਲ ਨੂੰ ਚੱਲਦਿਆਂ ਛੋਟਾ ਹੋਣ ਲੱਗ ਜਾਂਦਾ ਹੈ ਤੇ ਮੱਸਿਆ ਵਾਲੇ ਦਿਨ ਬਿਲਕੁਲ ਹੀ ਉਹ ਖਤਮ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਘਟਣ ਲੱਗਦਾ ਹੈ। ਇੱਕ ਕਲਾ ਏਕਮ ਨੂੰ ਹੋਣ ਕਰਕੇ ਸਫਲ ਜਨਮ ਹੋ ਕੇ ਸ਼ੋਭਦਾ ਹੈ, ਕਿਉਂਕਿ 16 ਕਲਾ ਤਾਂ ਕਹੀਆਂ। ਹੁਣ ਆਪਾਂ ਸੋਚਾਂਗੇ ਵੀ ਮੱਸਿਆ ਤੋਂ ਬਾਅਦ ਤੇ ਫਿਰ ਇੱਕ ਦਿਨ ਉਹ ਚੜ੍ਹੇ ਨਹੀਂ, ਉਹਨੂੰ ਕਲਾ ਗਿਣਿਆ। ਸੋ ਏਕਮ ਵਾਲੀ ਜਿਹੜੀ ਇੱਕ ਕਲਾ ਤੇ ਇਸ ਤਰ੍ਹਾਂ ਚੱਲਦਿਆਂ ਪੁੰਨਿਆ ਵਾਲਾ ਦਿਨ ਪਾ ਕੇ 16 ਕਲਾ ਜਿਹੜੀਆਂ ਉਹ ਪੂਰੀਆਂ ਗਿਣਦੇ ਤੇ ਹਨ। ਸੋ ਇਹ ਕਲਾ ਗਿਣਨ ਦੇ ਸਾਰਿਆਂ ਦੇ ਤਰੀਕੇ ਜਿਹੜੇ ਉਹ ਅਲੱਗ ਨੇ। ਜੋਤਿਸ਼ ਹੋਰ ਤਰੀਕੇ ਨਾਲ ਗਿਣਦੇ ਨੇ, ਹਿੰਦੂ ਵਾਲੇ ਹੋਰ ਤਰੀਕੇ ਨਾਲ ਗਿਣਦੇ ਨੇ, ਸਾਰਿਆਂ ਦੇ ਤਰੀਕੇ ਅਲੱਗ ਨੇ, ਪਰ 16 ਕਲਾ ਉਹਨੂੰ ਪੂਰੀਆਂ ਹੁੰਦੀਆਂ ਨੇ। ਸੋ ਇਸ ਤਰ੍ਹਾਂ ਉਸ ਤੋਂ ਬਾਅਦ ਜਦੋਂ 16 ਕਲਾ ਸੰਪੂਰਨ ਹੋ ਜਾਂਦੀਆਂ ਨੇ ਫਿਰ ਉਹ ਹੌਲੀ ਹੌਲੀ ਘਟਣਾ ਸ਼ੁਰੂ ਹੋ ਜਾਂਦਾ ਹੈ, ਪਰ ਸ਼ੋਭਦਾ ਹੈ। ਇਸ ਤਰ੍ਹਾਂ ਏਕਮ ਵਾਲਾ ਵਿੱਚੇ ਪਾ ਕੇ ਸਫਲ ਜਨਮ ਹੋ ਕਰਕੇ ਉਸ ਦਿਨ ਪੂਰਾ ਸ਼ੋਭਦਾ ਹੈ, ਜਿਸ ਦਿਨ 16 ਕਲਾ ਸੰਪੂਰਨ ਹੋ ਜਾਵੇ। ਅੰਮ੍ਰਿਤ ਕਿਰਨ ਸੁਹਾਵਣੀ ਨਿਜ ਹਰ ਝਰੈ ਸਿੰਜੇ ਸਹਿ ਇਕਾ। ਇਸ ਤਰ੍ਹਾਂ ਫਿਰ ਚੰਦਰਮਣੀ ਸਿੱਖ ਦੀ ਸ਼ੋਹ ਨੂੰ ਦੇਖ ਕੇ, ਉਹ ਆਪਣੇ ਚੰਦ ਨੂੰ ਦੇਖ ਕੇ ਜਿਹੜੀ ਚੰਦਰਮਣੀ ਹੈ ਉਹ ਸਿੱਕਦੀ ਹੈ, ਭਾਵ ਖੁਸ਼ ਹੁੰਦੀ ਕਹਿ ਲਓ। ਉਹਦੇ ਅੰਦਰ ਰਸ ਭਰਦਾ ਹੈ, ਉਹਦੇ ਅੰਦਰ ਇੱਕ ਖੇੜਾ ਆਉਂਦਾ ਹੈ, ਉਹਦੇ ਅੰਦਰ ਇੱਕ ਖੁਸ਼ੀ ਆਉਂਦੀ ਹੈ, ਆਪਣੇ ਸ਼ੌਹ ਨੂੰ ਦੇਖ ਕੇ ਅੰਮ੍ਰਿਤ ਸ਼ਰਾਬਦੀ ਹੈ। ਜਾਂ ਇੰਜ ਕਹਿ ਲਈਏ ਬ੍ਰਿਸ਼ਾਂ ਦੇ ਉੱਤੇ ਮਾਨੋ ਉਹ ਸ਼ੋਭਦੀ ਹੈ। ਇੰਜ ਕਹਿ ਲਈਏ ਕਿ ਆ ਜਿਤਨੀ ਬਨਸਪਤੀ ਹੈ ਇਹਦੇ ਵਿੱਚ ਜਿਹੜਾ ਰਸ ਭਰਿਆ ਜਾਂਦਾ ਹੈ, ਅੰਬਾਂ ਦੇ ਵਿੱਚ ਰਸ ਭਰਦਾ ਹੈ, ਫਲਾਂ ਦੇ ਵਿੱਚ ਰਸ ਭਰਦਾ ਹੈ, ਬਨਸਪਤੀ ਸਾਰੀ ਦੇ ਵਿੱਚ ਰਸ ਭਰਦਾ ਹੈ। ਤਾਂ ਇਹ ਰਸ ਜਿਹੜਾ ਹੈ ਜਦੋਂ ਪੁਰਾਤਨ ਗ੍ਰੰਥਾਂ ਨੂੰ ਪੜ੍ਹੀਏ ਤਾਂ ਜ਼ਿਕਰ ਆਉਂਦਾ ਹੈ ਕਿ ਸਾਰਾ ਰਸ ਜਿਹੜਾ ਚੰਦਰਮਾ ਦੀਆਂ ਕਿਰਨਾਂ ਦੇ ਵਿੱਚੋਂ ਭਰਦਾ ਹੈ। ਤੇ ਇਸ ਕਰਕੇ ਭਾਈ ਸਾਹਿਬ ਜੀ ਕਹਿੰਦੇ ਨੇ ਉਹ ਫਿਰ ਚੰਦਰਮਣੀ ਸਿੱਖ ਦੀ ਸ਼ੌਹ ਨੂੰ ਦੇਖ ਕੇ ਅੰਮ੍ਰਿਤ ਸ਼ਰਾਬਦੀ ਹੈ ਤੇ ਫਿਰ ਉਹਦੇ ਵਿੱਚੋਂ ਸਾਰੀ ਇਹ ਬਨਸਪਤੀ ਮਾਨੋ ਇਹਨਾਂ ਬ੍ਰਿਸ਼ਾਂ ਦੇ ਵਿੱਚ ਸ਼ੋਭਦੀ, ਇਹਨਾਂ ਦੇ ਵਿੱਚ ਰਸ ਭਰਦਾ ਹੈ। ਸੀਤਲ ਸਾਤ ਸੰਤੋਖ ਦੇ ਸਹਿਜ ਸੰਜੋਗੀ ਰਤਨ ਅਮਿਕਾ। ਫਿਰ ਸ਼ੀਤਲਤਾ, ਸ਼ਾਂਤੀ ਤੇ ਸੰਤੋਖ ਦਿੰਦਾ ਹੈ। ਸਹਿਜ ਦਾ ਸੰਜੋਗੀ ਅਮੋਲ ਰਤਨ ਹੈ ਚੰਦਰਮਾ, ਬਹੁਤ ਸ਼ੀਤਲਤਾ ਹੈ ਚੰਦਰਮਾ ਦੇ ਕੋਲ। ਪਰ ਇਹ ਨਹੀਂ ਅਸੀਂ ਇੱਥੇ ਭੁੱਲਣਾ, ਬਾਣੀ ਅੰਦਰ ਸਾਹਿਬ ਕਹਿੰਦੇ ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਘਾਮ ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਭਾਵ ਕਿ ਚੰਦਨ ਚੰਦ, ਉੱਥੇ ਕੁਝ ਠੰਡੀਆਂ ਚੀਜ਼ਾਂ ਗਿਣੀਆਂ। ਸਰਦ ਰੁੱਤ ਠੰਡੀ ਹੈ, ਚੰਦਨ ਠੰਡਾ ਹੈ। ਉਸ ਤੋਂ ਬਾਅਦ ਇਹ ਚੰਦਰਮਾ ਦੀ ਚਾਂਦਨੀ ਬੜੀ ਠੰਡੀ, ਪਰ ਪਰਮੇਸ਼ਰ ਦੇ ਨਾਮ ਦੇ ਬਰਾਬਰ ਇਹਦੇ ਕੋਲ ਠੰਡਕ ਨਹੀਂ। ਪਰ ਇੱਕ ਪੱਖੀ ਉਦਾਹਰਨ ਲੈ ਕੇ ਜਦੋਂ ਜ਼ਿਕਰ ਕਰਾਂਗੇ ਤਾਂ ਭਾਈ ਸਾਹਿਬ ਕਹਿੰਦੇ ਇਹਦੇ ਕੋਲ ਸ਼ੀਤਲਤਾ ਹੈ, ਚੰਦਰਮਾ ਤਪਾਉਂਦਾ ਨਹੀਂ ਕਿਸੇ ਨੂੰ, ਸ਼ਾਂਤੀ ਹੈ, ਭਟਕਦਾ ਨਹੀਂ ਹੈ। ਸੋ ਉਸ ਤੋਂ ਬਾਅਦ ਸੰਤੋਖ ਦਿੰਦਾ ਹੈ। ਇਸ ਤਰ੍ਹਾਂ ਸਹਿਜ ਸੰਜੋਗੀ ਰਤਨ ਅਮਿਕਾ, ਇਹਦੇ ਕੋਲ ਅਮੋਲ ਰਤਨ ਹਨ। ਕਰੇ ਹਨੇਰੋਂ ਚਾਨਣਾ ਡੋਰ ਚਕੋੜ ਧਿਆਨ ਕਰ ਛਿੱਕਾ। ਛਿੱਕਾ ਦਾ ਅਰਥ ਹੈ ਖਿੱਚਿਆ ਰਹਿੰਦਾ, ਹਨੇਰੇ ਦੇ ਵਿੱਚ ਚਾਨਣਾ ਕਰਦਾ, ਕਿਉਂਕਿ ਸੂਰਜ ਡੁੱਬ ਗਿਆ, ਕੁੱਪ ਹਨੇਰਾ ਸਾਰੇ ਸੰਸਾਰ ਤੇ ਹੋ ਗਿਆ। ਤਾਂ ਚੰਦਰਮਾ ਨੇ ਚਾਨਣਾ ਕੀਤਾ ਹੈ। ਉਹ ਜਦੋਂ ਆਕਾਸ਼ ਦੇ ਵਿੱਚ ਚੰਦ ਚੜ੍ਹਦਾ ਹੈ ਤਾਂ ਫਿਰ ਚਕੋਰ ਡੋਰ ਨਾਲ, ਭਾਵ ਕਿ ਪ੍ਰੀਤ ਦੀ ਡੋਰ ਪਾ ਕਰਕੇ ਆਪਣੇ ਚਿਹਰੇ ਨੂੰ, ਆਪਣੇ ਮੂੰਹ ਨੂੰ ਆਕਾਸ਼ ਦੇ ਵੱਲ ਉੱਚਾ ਕਰਕੇ ਤੇ ਧਰ ਛਿੱਕਾ, ਧਿਆਨ ਧਰ ਕੇ, ਧਿਆਨ ਧਰ ਛਿੱਕਾ, ਉਹ ਚਕੋਰ ਆਪਣਾ ਧਿਆਨ ਧਰ ਕੇ ਫਿਰ ਸਾਰੀ ਰਾਤ ਇਸ ਚੰਦ ਦੇ ਨਾਲ ਪ੍ਰੀਤ ਦੀ ਡੋਰ ਪਾ ਕੇ, ਆਪਣੇ ਧਿਆਨ ਦੀ, ਪ੍ਰੇਮ ਦੀ ਡੋਰ ਪਾ ਕੇ ਚਕੋਰ ਜਿਹੜਾ ਉਹ ਖਿੱਚਿਆ ਰਹਿੰਦਾ ਹੈ। ਆਪ ਗਵਾਏ ਅਮੋਲ ਮਣਿਕਾ। ਇਸ ਤਰ੍ਹਾਂ ਆਪਾ ਭਾਵ ਗਮਾਉਣ ਕਰਕੇ ਹੀ ਅਮੁੱਲ ਕਮਾਨ ਜਿਹੜਾ ਹੈ ਸੋ ਪ੍ਰਾਪਤ ਹੁੰਦਾ ਹੈ।
ਆਪਾ ਭਾਵ ਕਿਵੇਂ ਗਵਾਇਆ, ਕਿਉਂਕਿ ਇਸ ਪੌੜੀ 'ਚ ਥੋੜੀ ਜੀ ਸਮਝਣ ਵਾਲੀ ਗੱਲ ਹੈ। ਚੰਦਰਮਾ ਨੇ ਪਹਿਲਾਂ ਘਟਣਾ ਸ਼ੁਰੂ ਕੀਤਾ, ਘਟਣ ਤੋਂ ਬਾਅਦ ਬਿਲਕੁਲ ਜਦੋਂ ਮਿਟ ਗਿਆ, ਮਿਟਣ ਤੋਂ ਬਾਅਦ ਫਿਰ ਉਹਨੂੰ ਅਗਲਾ ਮਾਣ ਜਿਹੜਾ ਸੀ ਉਹ ਵਧਣ ਦਾ ਪ੍ਰਾਪਤ ਹੋਇਆ। ਜੇ ਉਹ ਮਿਟਦਾ ਨਾ, ਆਪਣੇ ਆਪ ਨੂੰ ਖਤਮ ਨਾ ਕਰਦਾ, ਹਨੇਰ ਦੀ ਦੁਨੀਆ ਵਿੱਚ ਨਾ ਜਾਂਦਾ, ਉਸ ਤੋਂ ਬਾਅਦ ਫਿਰ ਅਗਲਾ ਪੜਾਅ ਜਿਹੜਾ ਉਹਦਾ ਸ਼ੁਰੂ ਹੁੰਦਾ ਹੈ 16 ਕਲਾ ਵਾਲਾ, ਉਹ ਨਹੀਂ ਸੀ ਪ੍ਰਾਪਤ ਹੋਣਾ। ਫਰਜ਼ ਕਰੋ ਚੰਦਰਮਾ ਪੱਕਾ ਹੀ ਚੜਿਆ ਰਵੇ, ਕੋਈ ਇਹਨੂੰ ਸਤਿਕਾਰ ਨਾ ਦੇਵੇ। ਹੁਣ ਸੂਰਜ ਪੱਕਾ ਹੀ ਚੜਿਆ ਰਹਿੰਦਾ, ਕਿੰਨਾ ਕੁ ਦੁਨੀਆ ਇਹਦਾ ਅਦਬ ਸਤਿਕਾਰ ਕਰਦੀ। ਇਸ ਤਰ੍ਹਾਂ ਵੀ ਦਾਨਿਆਂ ਦਾ ਕਥਨ ਹੈ, ਰੋਜ਼ਾਨਾ ਸੂਰਜ ਚੜ੍ਹਦਾ ਹੈ, ਕਦੀ ਆਪਾਂ ਸੂਰਜ ਨਹੀਂ ਵੇਖਦੇ, ਪਰ ਜਿੱਦਣ ਗ੍ਰਹਿ ਲੱਗਾ ਹੋਵੇ ਉਦੋਂ ਦੁਨੀਆ ਜਾਣ ਜਾਣ ਕੇ ਸੂਰਜ ਦੇਖੇਗੀ, ਬਦੋ ਬਦੀ ਧਿਆਨ ਸੂਰਜ ਤੇ ਜਾਏਗਾ। ਸੋ ਉਸੇ ਤਰ੍ਹਾਂ ਚੰਦਰਮਾ 15 ਦਿਨ ਜਦੋਂ ਨਹੀਂ ਚੜ੍ਹਦਾ, ਫਿਰ ਅਗਲੇ 15 ਦਿਨ ਜਦੋਂ ਚੜ੍ਹਦਾ ਹੈ, ਹਰ ਕੋਈ ਇਸ ਚੰਦਰਮਾ ਨੂੰ ਦੇਖਦਾ ਹੈ, ਭਾਵੇਂ ਕੋਈ ਨਮਸਕਾਰ ਕਰਨ ਦੀ ਭਾਵਨਾ ਨਾਲ ਦੇਖਦਾ ਹੈ ਜਾਂ ਕੋਈ ਵੈਸੇ ਆਪਣੀ ਅੱਖਾਂ ਦੇ ਸੋਹਣੇ ਦ੍ਰਿਸ਼ ਦੇ ਵਾਸਤੇ ਦੇਖਦਾ ਹੈ, ਪਰ ਦੇਖਦਾ ਹਰ ਮਨੁੱਖ ਹੈ। ਸੋ ਇਸ ਤਰ੍ਹਾਂ ਇਹਨੇ ਇੱਕ ਪੜਾਅ ਜਿਹੜਾ ਸੀ ਉਹਦੇ ਵਿੱਚ ਦੀ ਲੰਘ ਕੇ ਨਿਮਰਤਾ ਧਾਰਨ ਕੀਤੀ, ਤਾਂ ਭਾਈ ਸਾਹਿਬ ਕਹਿੰਦੇ ਆਪਾ ਭਾਵ ਕਮਾ ਕੇ ਅਮੁੱਲਕ ਮਾਣ ਜਿਹੜਾ ਸੰਸਾਰ ਦੇ ਉੱਤੇ ਪ੍ਰਾਪਤ ਹੁੰਦਾ ਹੈ। 21ਵੀਂ ਪਾਵਨ ਪੌੜੀ ਦੇ ਵਿੱਚ ਹੁਣ ਜ਼ਿਕਰ ਕਰਦੇ ਧਰੂ ਭਗਤ ਦਾ ਦ੍ਰਿਸ਼ਟਾਂਤ ਦਿੰਦੇ ਨੇ, ਕਿਉਂਕਿ ਧਰੂ ਦੇ ਦ੍ਰਿਸ਼ਟਾਂਤ ਬਾਣੀ ਦੇ ਅੰਦਰ ਬੇਅੰਤ ਵਾਰ ਸਾਹਿਬ ਜੀ ਨੇ ਵਰਤੇ ਹਨ ਕਿ ਦੀਨ ਦਇਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਉਸ ਪਾਵਨ ਸ਼ਬਦ ਦੇ ਅੰਦਰ ਵੀ ਸਾਹਿਬ ਜੀ ਨੇ ਧਰੂ ਦਾ ਜ਼ਿਕਰ ਕੀਤਾ। ਫਿਰ ਭਾਈ ਸਾਹਿਬ ਜੀ ਦੀਆਂ ਵਾਰਾਂ 'ਚ ਅੱਗੇ ਵੀ ਧਰੂ ਦੀ ਪੂਰੀ ਜੀਵਨੀ ਆਏਗੀ। ਬਾਣੀ ਅੰਦਰ ਸਾਹਿਬ ਜੀ ਨੇ ਬੜੀ ਵਾਰ ਧਰੂ ਭਗਤ ਦੇ ਦ੍ਰਿਸ਼ਟਾਂਤ ਤੇ ਕਰਕੇ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਕਿ ਇਸ ਤਰ੍ਹਾਂ ਜਪ ਮੇਰਿਆ ਮਨਾ, ਜਿਸ ਤਰ੍ਹਾਂ ਭਗਤ ਧਰੂ ਨੇ ਜਪਿਆ, ਭਗਤ ਪ੍ਰਹਿਲਾਦ ਨੇ ਜਪਿਆ ਹੈ। ਸੋ ਉਹਦਾ ਇੱਕ ਦ੍ਰਿਸ਼ਟਾਂਤ ਦੇ ਕੇ ਕਹਿੰਦੇ, ਹੋਏ ਨਿਮਾਣਾ ਕਰ ਭਗਤ ਗੁਰਮੁਖ ਧਰੂ ਹਰ ਦਰਸ਼ਨ ਪਾਇਆ। ਧਰੂ ਨੇ ਨਿਮਾਣਾ ਹੋਕਰ ਕੇ ਭਗਤੀ ਕੀਤੀ, ਕਿਉਂਕਿ ਧਰੂ ਭਗਤ ਦੀ ਸਾਰੀ ਜੀਵਨੀ ਜਿਹੜੀ ਆਪਾਂ ਤਕਰੀਬਨ ਜਾਣਦੇ, ਅਗਲੀਆਂ ਵਾਰਾਂ ਦੇ ਵਿੱਚ ਪੂਰਾ ਜੀਵਨ ਧਰੂ ਭਗਤ ਜੀ ਦਾ ਆਏਗਾ। ਸੋ ਉੱਥੇ ਆਪਾਂ ਸਰਵਣ ਕਰਾਂਗੇ। ਇਸ ਕਰਕੇ ਸਿਰਫ ਮੈਂ ਇੱਥੇ ਇਸ਼ਾਰਾ ਮਾਤਰ ਦੱਸਣਾ ਹੈ ਕਿ ਜਿਵੇਂ ਹੀ ਧਰੂ ਭਗਤ ਆ ਕਰਕੇ ਆਪਣੇ ਪਿਤਾ ਦੀ ਗੋਦ ਵਿੱਚ ਬਾਹਰੋਂ ਹੱਸਦਿਆਂ ਖੇਡਦਿਆਂ ਆਇਆ, ਪਿਤਾ ਦੀ ਗੋਦ ਵਿੱਚ ਬੈਠਾ, ਮਤਰੀ ਮਾਂ ਨੇ ਰੋਸ ਕਰਕੇ ਪਿਤਾ ਦੀ ਗੋਦ ਵਿੱਚੋਂ ਉਠਾ ਦਿੱਤਾ ਤੇ ਆਪਣੀ ਅਸਲ ਮਾਂ ਜਿਹੜੀ ਸੀਗੀ ਸਕੀ ਮਾਂ ਉਹਨੂੰ ਪੁੱਛਦਾ ਹੈ ਕਿ ਤੂੰ ਗੋਲੀ ਹੈ ਜਾਂ ਤੂੰ ਰਾਣੀ ਹੈ। ਤੇ ਉਹਨੇ ਫਿਰ ਜਿਹੜਾ ਬਚਨ ਕਿਹਾ ਸੀ ਕਿ ਰਾਣੀ ਹਾਂ ਮੈਂ ਜਨਮ ਦੀ, ਸੋ ਇਸ ਤਰ੍ਹਾਂ ਮੈਂ ਜਨਮ ਤੋਂ ਰਾਣੀ ਹਾਂ, ਬਹੁਤ ਸੋਹਣਾ ਮੇਰਾ ਬਚਪਨ ਬੀਤਿਆ ਹੈ, ਰਾਜੇ ਤੇਰੇ ਪਿਤਾ ਨਾਲ ਵਿਆਹੀ ਗਈਆਂ, ਪਰ ਮੈਂ ਭਗਤੀ ਨਹੀਂ ਕੀਤੀ, ਮੈਂ ਸ਼ੁਭ ਕਰਮ ਨਹੀਂ ਕੀਤੇ, ਇਸ ਕਰਕੇ ਮੈਂ ਗੋਲੀ ਬਣ ਗਈਆਂ। ਪੁੱਛਦਾ ਹੈ ਕਿਸ ਉਦਮ ਤੇ ਰਾਜ ਮਿਲੇ, ਦੁਸ਼ਮਣ ਤੇ ਸਭ ਹੋਵਣ ਮੀਤਾ। ਉਹ ਦੱਸਦੀ ਹੈ ਕਿ ਤੂੰ ਇਸ ਤਰ੍ਹਾਂ ਭਗਤੀ ਕਰ। ਫਿਰ ਭਗਤੀ ਕਰਨ ਵਾਸਤੇ ਜਦੋਂ ਤੁਰਦਾ ਹੈ, ਰਾਹ ਦੇ ਵਿੱਚ ਨਾਰਦ ਮੁਨੀ ਮਿਲਦਾ ਹੈ ਤੇ ਉਹ ਫਿਰ ਇੰਜ ਕਹਿੰਦਾ ਹੈ ਕਿ ਆ ਮੈਂ ਤੈਨੂੰ ਅੱਧਾ ਰਾਜ ਜਿਹੜਾ ਉਹ ਦਵਾ ਦਿੰਦਾ ਹਾਂ। ਪਰ ਸਮਝ ਆ ਗਈ ਕਿ ਮਨਾ ਹਾਲੇ ਤੁਰਿਆ ਹੀ ਸੀ, ਅੱਧਾ ਰਾਜ ਮਿਲਦਾ ਹੈ, ਪੂਰਾ ਕਿਤੇ ਇਸ ਮਾਰਗ ਤੇ ਪਹੁੰਚ ਜਾਏਗਾ, ਸਾਰੀ ਸ੍ਰਿਸ਼ਟੀ ਦਾ ਰਾਜ ਮਿਲ ਸਕੇਗਾ। ਬੇਸ਼ੱਕ ਅੰਦਰ ਉਸ ਵਕਤ ਕੇਵਲ ਰਾਜ ਦੀ ਭਾਵਨਾ ਸੀ, ਪਰ ਜਿਵੇਂ ਜਿਵੇਂ ਨਾਮ ਦਾ ਰਸ ਆ ਗਿਆ, ਬਾਬਾ ਫਰੀਦ ਜੀ ਵੀ ਪਹਿਲਾਂ ਸ਼ੱਕਰ ਵਾਸਤੇ ਜਪਦੇ ਸੀ, ਪਰ ਜਿਸ ਦਿਨ ਰਸ ਆ ਗਿਆ ਉਸ ਦਿਨ ਸ਼ੱਕਰ ਨੂੰ ਵੀ ਫਿੱਕੀ ਕਹਿ ਦਿੱਤਾ। ਤੋ ਇਸ ਤਰ੍ਹਾਂ ਖੈਰ ਨਿਮਾਣੇ ਹੋ ਕਰਕੇ ਭਗਤ ਧਰੂ ਨੇ ਭਗਤੀ ਕੀਤੀ, ਗੁਰਮੁਖ ਹੋ ਕਰਕੇ ਗੁਰਮੁਖ ਧਰੂ ਹਰ ਦਰਸ਼ਨ ਪਾਇਆ। ਧਰੂ ਭਗਤ ਨੂੰ ਗੁਰਮੁਖ ਸ਼ਬਦ ਵਰਤਿਆ ਭਾਈ ਸਾਹਿਬ ਜੀ ਨੇ। ਸੋ ਗੁਰਮੁਖ ਬਣ ਕਰਕੇ ਧਰੂ ਨੇ ਉਸ ਹਰੀ ਪਿਆਰੇ ਪਰਮੇਸ਼ਰ ਦਾ ਦਰਸ਼ਨ ਪਾਇਆ। ਭਗਤ ਵਛਲ ਹੋਏ ਭੇਟਿਆ, ਮਾਣ ਨਿਮਾਣੇ ਆਪ ਦਿਵਾਇਆ। ਉਹ ਕਰਤਾ ਅਕਾਲ ਪੁਰਖ ਪਰਮੇਸ਼ਰ, ਉਹ ਮਾਤ ਲੋਕ ਦੇ ਵਿੱਚ ਨਿਮਾਣਾ ਹੋ ਕਰਕੇ ਭਗਤ ਵਛਲ ਨੇ, ਭਾਵ ਉਹ ਭਗਤ ਵਛਲ ਅਕਾਲ ਪੁਰਖ ਪਰਮੇਸ਼ਰ ਜਿਹਨੂੰ ਗਰੀਬ ਨਵਾਜ, ਨਿਮਾਣਿਆਂ ਦਾ ਮਾਣ, ਭਗਤ ਵਛਲ, ਪਾਪੀਆਂ ਦਾ ਉਧਾਰ ਕਰਨ ਵਾਲਾ ਆਦਿਕ ਪਿਆਰੇ ਸ਼ਬਦਾਂ ਦੇ ਨਾਲ ਸੰਬੋਧਨ ਕਰਦੇ ਹਾਂ ਆਪਾਂ। ਉਹ ਭਗਤ ਵਛਲ ਪਰਮਾਤਮਾ ਭੇਟਿਆ, ਪ੍ਰਗਟ ਹੋਇਆ ਤੇ ਉਹਨੇ ਮਾਣ ਨਿਮਾਣੇ ਆਪ ਦਵਾਇਆ। ਉਸ ਨਿਮਾਣੇ ਭਗਤ ਨੂੰ ਆਪਣਾ ਮੇਲ ਦਿੱਤਾ, ਆਪਣਾ ਪਿਆਰ ਦਿੱਤਾ, ਆਪਣਾ ਮਿਲਾਪ ਦਿੱਤਾ। ਫਿਰ ਸੰਸਾਰ ਦੇ ਵਿੱਚ ਧਰੂ ਭਗਤ ਨੂੰ ਮਾਣ ਦਿੱਤਾ, ਤੇ ਮਾਣ ਵੀ ਕੈਸਾ ਦਿੱਤਾ, ਕਮਾਲ ਦੀ ਬਾਤ, ਇਤਨਾ ਵੱਡਾ ਮਾਣ ਦਿੱਤਾ। ਨਿਮਾਣਾ ਜੂ ਬਣ ਗਿਆ ਸੀ ਧਰੂ, ਤੇ ਕਿੰਨਾ ਵੱਡਾ ਮਾਣ ਦਿੱਤਾ। ਭਾਈ ਸਾਹਿਬ ਜੀ ਕਹਿੰਦੇ ਨੇ, ਮਾਤ ਲੋਕ ਵਿੱਚ ਮੁਕਤ ਕਰ,
ਨਿਹਚਲ ਵਾਸ ਅਗਾਸ ਚੜਾਇਆ। ਇਸ ਮਾਤ ਲੋਕ ਦੇ ਵਿੱਚ ਮੁਕਤ ਕਰ ਦਿੱਤਾ। ਜਿੰਨਾ ਚਿਰ ਧਰੂ ਭਗਤ ਨੇ ਰਾਜ ਕੀਤਾ ਉਹ ਜੀਵਨ ਮੁਕਤ ਰਿਹਾ। ਜੀਵਨ ਮੁਕਤ ਅਵਸਥਾ ਉਹਦੇ ਕੋਲ, ਉਹ ਬਿਲਕੁਲ ਮਾਤ ਲੋਕ ਇਸ ਮ੍ਰਿਤ ਲੋਕ ਦੇ ਵਿੱਚ ਮੁਕਤ ਰਿਹਾ। ਤੇ ਜਿਸ ਦਿਨ ਉਹਨੇ ਪੰਜ ਭੂਤਕ ਸਰੀਰ ਛੱਡਿਆ, ਨਿਹਚਲ ਵਾਸ ਅਗਾਸ ਚੜਾਇਆ। ਨਿਹਚਲ ਵਾਸ ਦੇ ਕੇ ਪਰਮੇਸ਼ਰ ਨੇ ਆਕਾਸ਼ ਵਿੱਚ ਚੜਾ ਦਿੱਤਾ। ਸਾਰਿਆਂ ਤੋਂ ਉੱਤੇ ਉਹਨੂੰ ਸੁਭਾਇਮਾਨ ਕਰ ਦਿੱਤਾ। ਤੇ ਇਕੱਲਾ ਸੁਭਾਇਮਾਨ ਹੀ ਨਹੀਂ ਕੀਤਾ, ਉਸ ਤੋਂ ਬਾਅਦ ਇੱਕ ਹੋਰ ਉਹਦੇ ਤੇ ਕਿਰਪਾ ਕੀਤੀ। ਚੰਦ ਸੂਰਜ 33 ਕਰੋੜ ਪਰ ਦਖਣਾ ਚੋ ਫੇਰ ਫਿਰਾਇਆ। ਫਿਰ ਇੰਨੀ ਵੱਡੀ ਕਿਰਪਾ ਕਰ ਦਿੱਤੀ ਕਿ ਸੂਰਜ, ਚੰਦ ਤੇ 33 ਕਰੋੜ ਦੇਵਤੇ, ਫਿਰ ਸਾਰੇ ਤਾਰੇ ਜਿਹੜੇ ਹਨ, ਇਹ ਸਾਰੇ ਧਰੂ ਭਗਤ ਦੀ ਪਰਿਕਰਮਾ ਕਰਦੇ ਹਨ। ਇਹਨਾਂ ਤੋਂ ਪਰਿਕਰਮਾ ਕਰਾਈ, ਕਿਉਂਕਿ ਸਾਰੀ ਗਲੈਕਸੀ ਦੇ ਵਿੱਚ ਅੱਜ ਸਾਇੰਸ ਵੀ ਮੰਨਦੀ ਸਾਰੇ ਤਾਰੇ ਜਿਹੜੇ ਨੇ ਉਹਨਾਂ ਦੇ ਵਿੱਚ ਹਿਲਜੁਲ ਹੈ। ਉਹ ਸਾਰੇ ਘੁੰਮਦੇ ਨੇ, ਚੱਲਦੇ ਫਿਰਦੇ ਨੇ, ਇੱਧਰ ਉੱਧਰ ਚੱਲਦੇ ਨੇ, ਸਾਰੇ ਗ੍ਰਹਿ ਨਛੱਤਰ ਚੱਲਦੇ ਪਏ ਨੇ। ਅੱਜ ਜਿਤਨਾ ਕੁਝ ਗਲੈਕਸੀ ਦੇ ਵਿੱਚ ਸਾਰਾ ਚੱਕਰ ਵੀ ਉਹਦੇ ਵਿੱਚ ਘੁੰਮ ਰਿਹਾ ਹੈ। ਪਰ ਇੱਕੋ ਇੱਕ ਤਾਰਾ ਹੈ ਜਿਹੜਾ ਧਰੂ ਤਾਰਾ, ਬਿਲਕੁਲ ਅਟਲ ਹੈ। ਉਹ ਕਿਸੇ ਦੀ ਪਰਿਕਰਮਾ ਨਹੀਂ ਕਰਦਾ। ਸਾਰੇ ਬ੍ਰਹਿਮੰਡ ਦੇ ਸੂਰਜ, ਚੰਦ, ਤਾਰੇ, 33 ਕਰੋੜ ਦੇਵਤੇ ਆਦਿਕ ਜਿਹੜੇ ਹਨ, ਉਹ ਸਾਰੇ ਉਹਦੀ ਪਰਿਕਰਮਾ ਕਰਦੇ ਹਨ। ਭਾਵ ਕਿ ਉਹ ਉੱਤਰੀ ਦਿਸ਼ਾ ਦੇ ਸਿਰ ਤੇ ਐਸਾ ਅਚਲ ਹੋਇਆ ਹੈ ਕਿ ਉਹ ਬਿਲਕੁਲ ਟਿਕਿਆ ਤੇ ਸਾਰੀ ਗਲੈਕਸੀ, ਸਾਰਾ ਬ੍ਰਹਿਮੰਡ ਜਿਹੜਾ ਉਹਦੀ ਪਰਿਕਰਮਾ ਕਰ ਰਿਹਾ। ਤਾਂ ਇੱਥੇ ਭਾਈ ਸਾਹਿਬ ਕਹਿੰਦੇ ਕਿ ਪਰਦਖਣਾ ਚੋ ਫੇਰ ਫਿਰਾਇਆ। ਪਰਮੇਸ਼ਰ ਨੇ ਐਸਾ ਮਾਣ ਦੇ ਦਿੱਤਾ। ਵੇਦ ਪੁਰਾਣ ਵਖਾਣ ਦੇ ਪ੍ਰਗਟ ਕਰ ਪ੍ਰਤਾਪ ਜਣਾਇਆ। ਵੇਦ ਅਤੇ ਪੁਰਾਣ, ਇਹ ਪਾਵਨ ਕਥਾ ਭਗਤ ਧਰੂ ਦੀ ਜਿਹੜੀ ਜੀਵਨੀ ਹੈ ਉਹਨੂੰ ਵਿਖਿਆਨ ਕਰਦੇ ਨੇ। ਤੇ ਵਿਖਿਆਨ ਇਹ ਕਰਦੇ ਨੇ ਕਿ ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਨੇ ਪ੍ਰਗਟ ਕਰਕੇ, ਪ੍ਰਤੱਖ ਕਰਕੇ ਇਸ ਗੱਲ ਨੂੰ ਦਿਖਾ ਦਿੱਤਾ ਕਿ ਜਿਹੜਾ ਉਹਦੀ ਭਗਤੀ ਕਰਦਾ ਹੈ ਉਹ ਨਿਮਾਣਿਆਂ ਨੂੰ ਮਾਣ ਦਿੰਦਾ ਹੈ, ਉਹ ਭਗਤਾਂ ਦੀ ਲਾਜ ਰੱਖਦਾ ਹੈ, ਉਹ ਭਗਤਾਂ ਦੀ ਪੈਜ ਰੱਖਦਾ ਹੈ, ਉਹ ਭਗਤਾਂ ਨੂੰ ਸੰਸਾਰ ਦੇ ਰਾਜ ਭਾਗ ਦੇ ਕੇ ਜੀਵਨ ਮੁਕਤ ਦੀ ਅਵਸਥਾ ਦਿੰਦਾ ਹੈ, ਉਹ ਭਗਤਾਂ ਨੂੰ ਇਸ ਲੋਕ ਅਤੇ ਪਰਲੋਕ ਦੇ ਸੁੱਖ ਦਿੰਦਾ ਹੈ। ਇਹ ਵੇਦ ਪੁਰਾਣ ਸਾਰੇ ਫਿਰ ਧਰੂ ਦੀ ਇਸ ਕਥਾ ਨੂੰ ਵਿਖਿਆਨ ਕਰਦੇ ਕਿ ਇਹ ਪਰਮੇਸ਼ਰ ਨੇ ਪ੍ਰਗਟ ਕਰਕੇ ਜਗਤ ਦੇ ਵਿੱਚ ਦਿਖਾਇਆ ਹੈ। ਅਬੇ ਗਤ ਗਤ ਅਤ ਅਗਮ ਹੈ, ਅਕਥ ਕਥਾ ਵਿਚਾਰ ਨਾ ਪਾਇਆ। ਸੋ ਫਿਰ ਭਾਈ ਸਾਹਿਬ ਕਹਿੰਦੇ ਉਸ ਪਰਮੇਸ਼ਰ ਦੇ ਕਰਤੇ, ਪਰਮੇਸ਼ਰ ਦੇ ਉਹਦੇ ਕਰਤੱਵ, ਉਹਦੀਆਂ ਖੇਡਾਂ ਜਿਹੜੀਆਂ ਨੇ ਉਹ ਐਸੀਆਂ ਹਨ। ਅਵੇਗਤ, ਉਹ ਗਤੀ ਤੋਂ ਪਰੇ ਹਨ। ਅਵੇਗਤ ਗਤ ਅਤ ਅਗਮ ਹੈ, ਉਹਦੀ ਜਿਹੜੀ ਖੇਡ ਹੈ ਪਰਮੇਸ਼ਰ ਦੀ ਅਤ ਅਗਮ ਹੈ, ਉਹ ਗਤੀ ਤੋਂ ਪਰੇ ਹੈ, ਉਹ ਗਮਤਾ ਤੋਂ ਪਰੇ ਹੈ। ਅਤੇ ਅਕਥ ਕਥਾ ਵਿਚਾਰ ਨਾ ਪਾਇਆ, ਕਥਨ ਤੋਂ ਅਕਥ ਹੈ ਤੇ ਵਿਚਾਰ ਤੋਂ ਪਰੇ ਹੈ। ਪਰਮੇਸ਼ਰ ਦੀਆਂ ਜਿਹੜੀਆਂ ਖੇਡਾਂ ਨੇ ਉਹਨਾਂ ਨੂੰ ਕੋਈ ਸਾਡੇ ਵਰਗਾ ਗਿਆਨੀ ਅਗਿਆਨੀ ਜਿਹੜਾ ਉਹ ਕਥਨ ਨਹੀਂ ਕਰ ਸਕਦਾ। ਉਹਦੇ ਅੰਦਰ ਕੈਸਾ ਵਿਚਾਰ ਹੈ। ਬੇਸ਼ੱਕ ਅਸੀਂ ਪਰਮੇਸ਼ਰ ਦੀ ਬਾਣੀ ਕਰਤੇ ਅਕਾਲ ਪੁਰਖ ਦੇ ਸ਼ਬਦ ਜਿਹੜੇ ਨੇ, ਆਮ ਅਸੀਂ ਵਿਆਖਿਆ ਤੋਂ ਪਹਿਲਾਂ ਕਹਿੰਦੇ ਗੁਰੂ ਸਾਹਿਬ ਦੀ ਬਾਣੀ ਦੀ ਵਿਚਾਰ ਹੋਈ, ਸ਼ਬਦ ਦੀ ਵਿਚਾਰ ਹੋਈ, ਗੁਰ ਸ਼ਬਦ ਵਿਚਾਰ, ਬਾਣੀ ਦੀ ਵਿਚਾਰ ਚੱਲ ਰਹੀ, ਬਾਣੀ ਦੀ ਵਿਚਾਰ ਹੋ ਰਹੀ। ਆਦਿਕ ਸਾਰੇ ਸ਼ਬਦ ਆਪਾਂ ਵਰਤਦੇ ਹਾਂ ਪਿਆਰ ਦੇ ਨਾਲ, ਪਰ ਹਕੀਕਤ ਇਹ ਹੈ ਕਿ ਬਾਣੀ ਦੀ ਵਿਚਾਰ ਯੁੱਗਾਂ ਪਰ ਯੁੱਗਾਂ ਤੋਂ ਹੋ ਰਹੀ, ਸਦੀਆਂ ਤੋਂ ਹੋ ਰਹੀ, 550 ਸਾਲ ਤੋਂ ਗੁਰੂ ਨਾਨਕ ਦੀ ਬਾਣੀ ਦੀ ਵਿਚਾਰ ਹੋ ਰਹੀ, ਪਰ ਉਹ ਵਿਚਾਰ ਤੋਂ ਫਿਰ ਵੀ ਪਰੇ ਰਿਹਾ ਹੈ। ਸੰਪੂਰਨ ਤੌਰ ਤੇ ਉਹਦੀ ਵਿਚਾਰ ਨਾ ਕਿਸੇ ਦੀ ਪਕੜ ਵਿੱਚ ਆਈ ਤੇ ਨਾ ਉਹੀ ਆਪਣੀ ਵਿਚਾਰ ਦੀ ਪਕੜ ਵਿੱਚ ਆ ਸਕਦਾ ਹੈ। ਜਦੋਂ ਵਿਚਾਰ ਸਾਡੇ ਕੋਲ ਆ ਵੀ ਜਾਵੇ ਤਾਂ ਵੀ ਇਸ ਵਿਚਾਰ ਦੇ ਨਾਲ ਅਸੀਂ ਉਹਨੂੰ ਪਕੜ ਨਹੀਂ ਪਾਵਾਂਗੇ। ਉਹ ਵਿਚਾਰ ਤੋਂ ਪਰੇ ਹੈ, ਉਹ ਇੰਦਰੀਆਂ ਦੀ ਕਮਤਾ ਤੋਂ ਪਰੇ ਹੈ ਤੇ ਉਹ ਜਿਹੜੀਆਂ ਖੇਡਾਂ ਖੇਡਦਾ ਹੈ ਉਹਦੀਆਂ ਖੇਡਾਂ ਵੀ ਸਾਡੇ ਵਿਚਾਰ ਤੋਂ ਪਰੇ ਨੇ। ਕੁਝ ਵੀ ਸੰਸਾਰ ਦੇ ਵਿੱਚ ਹਲਚਲ ਹੁੰਦੀ, ਕੁਝ ਵੀ ਪ੍ਰਕਿਰਤੀ ਦੇ ਵਿੱਚ ਟੁੱਟਦਾ ਭੱਜਦਾ, ਆਪਾਂ ਹਜ਼ਾਰਾਂ ਵਿਚਾਰਾਂ ਜਿਹੜੀਆਂ ਉਹ ਕਰ ਲੈਂਦੇ, ਇੰਜ ਹੋ ਗਿਆ, ਆ ਤਾਂ ਹੋ ਗਿਆ, ਇਸ ਕਰਕੇ ਹੋਣਾ ਚਾਹੀਦਾ ਸੀ, ਇਹ ਇਸ ਤਰ੍ਹਾਂ ਹੋਣਾ ਚਾਹੀਦਾ ਸੀ, ਇੰਜ ਹੋਣ ਦੀ ਬਜਾਏ ਇਸ ਤਰ੍ਹਾਂ ਹੋ ਗਿਆ। ਪਰ ਉਹ ਜੋ ਵੀ ਕਰ ਰਿਹਾ, ਜੋ ਵੀ ਖੇਡ ਖੇਡਦਾ, ਉਹ ਸਾਡੇ ਸਾਰਿਆਂ ਦੇ ਵਿਚਾਰ ਤੋਂ ਪਰੇ ਰਹਿੰਦੀ ਹੈ। ਗੁਰਮੁਖ ਸੁਖ ਫਲ ਅਲਖ ਲਖਾਇਆ, ਪਰ ਉਸਨੇ ਗੁਰਮੁਖਾਂ ਨੂੰ ਨਾ ਲਖਿਆ ਜਾਣ ਵਾਲਾ ਜਿਹੜਾ ਸੁਖਾਂ ਰੂਪੀ ਫਲ ਹੈ ਉਹ ਕਰਤਾ ਅਕਾਲ ਪੁਰਖ ਪਰਮੇਸ਼ਰ ਨੇ ਲਿਖਾ ਦਿੱਤਾ ਹੈ।
ਕਿਉਂਕਿ ਗੁਰਮੁਖ ਜਿਹੜੇ ਨੇ ਨਾ, ਉਹਨਾਂ ਤੋਂ ਫਿਰ ਉਹ ਕੁਝ ਛੁਪਾਉਂਦਾ ਨਹੀਂ। ਜਿਸ ਤਰ੍ਹਾਂ ਆਪਾਂ ਨੂੰ ਆਪਣੀ ਰਿਸ਼ਤੇਦਾਰੀ ਦੇ ਵਿੱਚ ਚਾਚੇ ਤਾਏ ਸਾਰੇ ਜਿਹੜੇ ਨੇ ਬੜਾ ਪਿਆਰ ਕਰਦੇ, ਬੜੇ ਪਿਆਰੇ ਹੁੰਦੇ ਨੇ ਸਾਰਿਆਂ ਨੂੰ, ਰਿਸ਼ਤੇਦਾਰ ਦੇ ਵਿੱਚ ਜਿਤਨੇ ਵੀ ਮਨੁੱਖ ਵਸਦੇ ਹੋਣ, ਪਰ ਹਰ ਇੱਕ ਦੇ ਘਰ ਦਾ ਜਿਹੜਾ ਭੇਤ ਹੈ, ਹੁਣ ਫਰਜ਼ ਕਰੋ ਸੰਸਾਰੀ ਉਦਾਹਰਣ ਦੇਵਾਂ ਤਾਂ ਤਾਏ ਦਾ ਪੁੱਤਰ ਜਿਹੜਾ ਹੈ, ਆਪਦੇ ਘਰ ਬਾਰੇ ਜਿੰਨਾ ਕੁਝ ਉਹਨੂੰ ਪਤਾ ਹੈ, ਆਪਦੇ ਪਿਤਾ ਦੇ ਬਾਰੇ ਜਾਂ ਇੰਜ ਕਹਿ ਲਓ ਘਰ ਦੀਆਂ ਵਸਤੂਆਂ ਦੇ ਬਾਰੇ, ਘਰ ਦੀਆਂ ਚੀਜ਼ਾਂ ਦੇ ਬਾਰੇ ਵਿੱਚ ਜਿੰਨਾ ਕੁਝ ਉਹਨੂੰ ਪਤਾ ਹੈ, ਉਹ ਸ਼ਾਇਦ ਉਹਦੇ ਚਾਚੇ ਦੇ ਮੁੰਡੇ ਨੂੰ ਨਹੀਂ ਪਤਾ ਹੋਏਗਾ। ਸੋ ਇਸ ਤਰ੍ਹਾਂ ਕਹਿਣ ਦਾ ਭਾਵ ਹੈ ਜਿਵੇਂ ਪਿਤਾ ਪੁੱਤਰ ਤੋਂ ਕੁਝ ਛੁਪਾਉਂਦਾ ਨਹੀਂ, ਉਹਨੂੰ ਆਪਣੇ ਘਰ ਦੇ ਸਾਰਾ ਕੁਝ ਦੱਸਦਾ, ਆਪਣੇ ਕੋਲ ਮਾਇਆ ਕਿੰਨੀ, ਆਪਣੇ ਕੋਲ ਜ਼ਮੀਨ ਕਿੰਨੀ, ਆਪਾਂ ਕਿਹਦੇ ਤੋਂ ਪੈਸੇ ਲੈਣੇ ਨੇ, ਕਿਹਨੂੰ ਦੇਣੇ ਨੇ, ਸਾਰਾ ਕੁਝ ਜਿਹੜਾ ਉਹਨੂੰ ਦੱਸਦਾ ਚਤਾਉਂਦਾ ਹੈ। ਸੋ ਇਸ ਤਰ੍ਹਾਂ ਅਖੀਰ ਸਮਝਾਉਂਦੇ ਨੇ ਕਰਤਾ ਅਕਾਲ ਪੁਰਖ ਪਰਮੇਸ਼ਰ ਜਿਹੜਾ ਹੈ ਉਹ ਆਪਣੇ ਗੁਰਮੁਖਾਂ ਨੂੰ, ਭਗਤਾਂ ਨੂੰ ਸਾਰਾ ਕੁਝ ਜਿਹੜਾ ਹੈ ਉਹ ਜਨਾ ਦਿੰਦਾ ਹੈ ਤੇ ਉਹਨਾਂ ਤੋਂ ਕੁਝ ਵੀ ਨਹੀਂ ਛੁਪਾਉਂਦਾ ਹੈ। ਸੋ ਇਸ ਤਰ੍ਹਾਂ ਇਸ ਪਾਵਨ 21ਵੀਂ ਪੌੜੀ ਦੇ ਵਿੱਚ ਭਾਈ ਸਾਹਿਬ ਨੇ ਇਹ ਸਮਝਾਇਆ ਕਿ ਧਰੂ ਨਿਮਾਣਾ ਹੋਇਆ, ਨਿਮਰਤਾ ਦੇ ਵਿੱਚ ਆਇਆ, ਉਹਨੇ ਕੋਈ ਪਿਤਾ ਨਾਲ ਝਗੜਾ ਨਹੀਂ ਕੀਤਾ, ਭਗਤੀ ਕਰਨ ਤੁਰ ਪਿਆ, ਫਿਰ ਭਗਤੀ ਕਰਨ ਤੋਂ ਬਾਅਦ ਵੀ ਨਿਮਾਣਾਪਣ ਉਹਦੇ ਵਿੱਚ ਰਿਹਾ। ਇਸ ਕਰਕੇ ਪਰਮੇਸ਼ਰ ਨੇ ਉਹਨੂੰ ਮਾਣ ਨਿਮਾਣੇ ਆਪ ਦਿਵਾਇਆ। ਉਸ ਨਿਮਾਣੇ ਨੂੰ ਪਰਮੇਸ਼ਰ ਨੇ ਆਪ ਵਿੱਚ ਹੋ ਕਰਕੇ, ਸਹਾਈ ਹੋ ਕਰਕੇ ਮਾਣ ਦਿਵਾਇਆ। ਸੋ ਵਾਹਿਗੁਰੂ ਦੀ ਗਤੀ, ਪਰਮੇਸ਼ਰ ਦੀ ਖੇਡ ਜਿਹੜੀ ਉਹ ਲੱਖੀ ਨਹੀਂ ਜਾ ਸਕਦੀ, ਜਿਵੇਂ ਚਾਹੇ ਉਵੇਂ ਕਰਦਾ ਹੈ। ਸੋ ਇਸ ਪਾਵਨ ਪੌੜੀ ਵਿੱਚ ਭਾਈ ਸਾਹਿਬ ਨੇ ਸਾਨੂੰ ਨਿਮਰਤਾ ਧਾਰਨ ਕਰਨ ਦਾ ਉਪਦੇਸ਼ ਬਖਸ਼ਿਆ। ਸੋ ਗੁਰੂ ਕਿਰਪਾ ਕਰੇ ਸਾਡੇ ਅੰਦਰ ਨਿਮਰਤਾ ਆਵੇ। ਸੋ ਇੱਥੇ ਚੌਥੀ ਪਾਵਨ ਵਾਰ ਸੰਪੂਰਨ ਹੋਈ ਹੈ। ਸੋ ਅੱਗੇ ਪੰਜਵੀਂ ਪਾਵਨ ਵਾਰ ਦੀ ਪ੍ਰਾਰੰਭਤਾ ਵਿਚਾਰ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਉਹਨਾਂ ਬੇਅੰਤ ਭੁੱਲਾਂ ਦੀ ਖਿਮਾ, ਸਹਿਬ ਸਮਤ ਦੀ ਦਾਤ ਬਖਸ਼ ਨਿਵਾਜਣਾ ਕਰਨ। ਅਬੇਗਤ ਗਤ ਅਤ ਅਗਮ ਹੈ, ਅਕਥ ਕਥਾ ਵਿਚਾਰ ਨਾ ਪਾਇਆ। ਗੁਰਮੁਖ ਸੁਖ ਫਲ ਅਲਖ ਲਖਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।